हालेलुया। सारे भैन भरावां नूं जय मसीह दी। स्वागत है आप सब दा प्रभु दी पवित्र हज़ूरी दे विच। अज कुछ समां परमेशर दे वचनां नूं सीखण दे लई हां। अज कुछ समां प्रभु दे वचनां नूं सीखण दे लई हां। प्रभु यीशु मसीह दे इस दुनिया दे आउण तो पहिलां बहुत सारियां भविखबाणियां प्रभु यीशु मसीह दे लई सीगियां जिहड़ियां ਉਹ ही पूरियां कर सकदा सी। आप मसीहा आऊगा और भविखबाणियां नूं पूरा करूगा, इन्हां गल्लां नूं पूरा करूंगा। बहुत सारियां गल्लां बातां सी ਉਹਦੇ ਵਿੱਚ ਜਿਹੜੀ ਇੱਕ ਗੱਲ ਆ ਉਹ ਤੇ ਅਸੀਂ ਵਿਚਾਰ ਕਰਾਂਗੇ। ਜਿਹੜੀ ਗੱਲ ਜਿਹੜੀ ਹੈ ਲੂਕਾ ਦੀ ਅੰਜੀਲ ਦੇ 3 ਅਧਿਆਇ ਦੇ 4-5ਵੇਂ ਵਚਨ 'ਚ ਲਿਖੀ ਗਈ ਹੈ। ਇਹ ਭਵਿੱਖਬਾਣੀ ਦਾ ਵਚਨ ਹੈ ਜੋ ਪ੍ਰਭੂ ਯੀਸ਼ੂ ਮਸੀਹ ਦੇ ਲਈ ਸੀ ਕਿ ਉਹਨੇ ਇਹ ਕੰਮ ਕਰਨਾ ਹੈ, ਪਰ ਉਸ ਤੋਂ ਪਹਿਲਾਂ ਉਹ ਹੋਕਾ ਦੇਣ ਵਾਲਾ ਜੋ ਹੈ ਉਹ ਯੋਹਨਾ ਬਪਤਿਸਮਾ ਦੇਣ ਵਾਲਾ ਹੈ कि उन्हें होका देना है कि इस दुनिया च मुक्तिदाता आके की करूगा। ਅਸੀਂ पढ़ते हाँ लूका दी अंजील 3 अध्याय उसका 4-5वां वचन। जिवें यशायाह नबी ਦੀਆਂ ਬਾਣੀਆਂ ਦੇ ਪੁਸਤਕ ਵਿੱਚ ਲਿਖਿਆ ਹੋਇਆ ਹੈ, ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼ ਕਿ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ ਅਤੇ ਉਹਦੇ ਰਾਹਾਂ ਨੂੰ ਸਿੱਧਾ ਕਰੋ, ਉਹਦੇ ਰਾਹਾਂ ਨੂੰ ਸਿੱਧੇ ਕਰੋ। ਹਰੇਕ ਖੱਡ ਭਰੀ ਜਾਵੇਗੀ ਅਤੇ ਹਰੇਕ ਪਹਾੜ ਤੇ ਟਿੱਬਾ ਨੀਵਾਂ ਕੀਤਾ ਜਾਵੇਗਾ ਅਤੇ ਵਿੰਗ ਤੜਿੰਗ ਸਿੱਧੇ ਅਤੇ ਖੁਰਦਲੇ ਰਾਹ ਪੱਧਰੇ ਹੋ ਜਾਣਗੇ। ਪ੍ਰਭੂ ਦੀ ਸਤੁਤੀ ਹੋਵੇ। ਅਤੇ ਸਭ ਸਰੀਰ ਪਰਮੇਸ਼ਰ ਦੀ ਮੁਕਤੀ ਵੇਖਣਗੇ। ਸੋ ਸਾਰੇ ਸਰੀਰ ਪਰਮੇਸ਼ਰ ਦੀ ਮੁਕਤੀ ਨੂੰ ਦੇਖਣਗੇ। ਸਾਰੇ ਸਰੀਰ ਪਰਮੇਸ਼ਰ ਦੀ ਮੁਕਤੀ ਨੂੰ ਦੇਖੋਗੇ। ਉਹ ਜਿਹੜੀ ਗੱਲ ਹੈ ਉਹ ਬੜੀ ਸਪਸ਼ਟ ਰੂਪ ਵਿੱਚ ਇਦਾਂ ਹੈ ਕਿ ਸਾਰਿਆਂ ਨੇ ਦੇਖਣੀ ਹੈ, ਮੁਕਤੀ ਦੇਖਣੀ ਹੈ, ਪਾਉਣੀ नहीं है, सारे ने देखनी है। कई ने सिर्फ देखनी है, कई ने प्राप्त करनी। हुण ये जिहड़ी गल है, ये जिहड़ी गल है प्रभु यीशु मसीह दे बारे कि प्रभु यीशु मसीह की करूगा, उस तो पहला यूहन्ना नबी जो यूहन्ना बपतिस्मा देने वाला है वो एक होका देने वाला बन के दुनिया च उतरिया और उन्हें होका दिता जिहड़ा कि पहला यशायाह 40 अध्याय दे विच ये भविखबाणी जिहड़ी पहलां तो वर्णित है यशायाह द्वारा भविखबाणी कीती गई सी। और जो यूहन्ना बपतिस्मा देने वाला है उस भविखबाणी नूं फिर तो लैके चल रहा है, फिर तो बोल रहा है और वो कह रहा है कि मैं एक होका देने वाले दी आवाज़ है। उन्होंने पूछा सी लोगों ने तू कौन है? वो कहता मैं तो एक होका देने वाले दी आवाज़ है। और होका की है? होका है कि प्रभु का रस्ता तैयार करो, प्रभु का रस्ता तैयार करो। यूहन्ना बपतिस्मा देने वाला इस मार्ग के तैयार होने दे विच एक बहुत बड़ी भूमिका निभाने के लिए है। और प्रभु यीशु मसीह ने अपने शब्दों में कहा कि त्रेत ते नबी यूहन्ना तक सी। यीशु मसीह ने यह गल कह के यूहन्ना नूं आखिरी नबी घोषित किया है। और वो जिहड़ा आखिरी नबी है ਉਹਦੇ ਲਈ ਇਹ ਵੱਡੀ ਗੱਲ ਸੀਗੀ कि ਉਹਨੇ ਇਹ ਸੁਨੇਹਾ ਦੇਣਾ ਸੀ और ਉਹਨੇ यीशु ਨੂੰ ਮੁਕਤੀਦਾਤਾ ਨੂੰ ਰੂਬਰੂ ਦੇਖਣਾ ਸੀ। और ਹੁਣ ਜਿਹੜੀ ਇਹ ਗੱਲ ਹੈ ਜਦੋਂ ਉਹ ਬੋਲ ਰਿਹਾ ਹੈ, ਇਹ ਗੱਲ ਬੋਲ ਰਿਹਾ ਹੈ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ। ਤਿਆਰੀ ਦੇ ਵਿੱਚ ਇਹ ਕੜੀ ਹੈ ਜਿਹੜੀ ਪੂਰੀ ਹੋ ਰਹੀ ਹੈ। ਜਦੋਂ ਯੀਸ਼ੂ ਮਸੀਹ ਪ੍ਰਚਾਰ ਕਰਦੇ, ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ 2-2 ਕਰਕੇ ਭੇਜਿਆ ਤਾਂ ਕਿ ਉਹ ਵੀ ਰਾਹ ਨੂੰ ਤਿਆਰ ਕਰਨ ਜਾ ਕੇ ਯੀਸ਼ੂ ਮਸੀਹ ਦੇ ਬਾਰੇ ਲੋਕਾਂ ਨੂੰ ਦੱਸਣ। ਔਰ ਇਹ ਜਿਹੜੀ ਅਗਲੀ ਗੱਲ ਹੈ ਰਾਹਾਂ ਨੂੰ ਸਿੱਧੇ ਕਰੋ। ਸਿੱਧੇ ਜਿਹੜਾ ਰਾਹ ਇਹਨਾਂ ਦਾ ਸਿੱਧਾ ਨਹੀਂ ਰਿਹਾ। ਇੱਕ ਖੁਦਾ ਨੇ ਗੱਲ ਯਾਕੂਬ ਨੂੰ ਦਿਖਾਈ ਸੀ, ਇੱਕ ਪੌੜੀ ਦਿਖਾਈ ਖੁਦਾ ਨੇ ਆਸਮਾਨ ਤੋਂ ਇੱਦਾਂ ਜ਼ਮੀਨ ਤੇ ਲੱਗੀ ਸੀ, ਐ ਸਿੱਧੀ ਸੀ ਬਿਲਕੁਲ ਸਿੱਧਾ ਰਾਹ। ਉਹ ਦੱਸਦਾ ਸਿੱਧਾ ਰਾਹ, ਜਿਹੜੀ ਉਹ ਪੌੜੀ ਹੈ ਉਹ ਦੱਸਦਾ ਆਸਮਾਨ ਤੋਂ ਜ਼ਮੀਨ ਤੱਕ ਇੱਕ ਸਿੱਧਾ ਰਾਹ ਹੈ। ਇਹ ਸਿੱਧਾ ਰਾਹ ਯਸ਼ਾयाह 35 ਅਧਿਆਇ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਇੱਕ ਸ਼ਾਹੀ ਰਾਹ ਹੋਵੇਗਾ। ਸ਼ਾਹੀ ਰਾਹ ਇਹ ਕਿੱਥੋਂ ਬਣੇਗਾ? ਆਸਮਾਨ ਤੋਂ ਬਣੇਗਾ। ਅੱਜ ਜ਼ਮੀਨ ਦੇ ਉੱਤੇ ਅਸੀਂ ਸਾਡੇ ਵੱਖ ਮੁਲਕ ਹਨ, ਮੁਲਕਾਂ ਦੇ ਵਿੱਚ ਸਟੇਟਸ ਹਨ, ਫਿਰ ਸੈਂਟਰ ਗਵਰਨਮੈਂਟ ਹੈ, ਸਟੇਟ ਗਵਰਨਮੈਂਟ ਵੀ ਹੈ, ਸੈਂਟਰ ਗਵਰਨਮੈਂਟ ਵੀ ਹੈ। ਬਹੁਤ ਸਾਰੀਆਂ ਸੜਕਾਂ ਜਿਹੜੀਆਂ ਸਟੇਟ ਗਵਰਨਮੈਂਟ ਬਣਾਉਂਦੀ ਹੈ, ਜਿਹੜੀਆਂ ਸਟੇਟ ਗਵਰਨਮੈਂਟ ਬੜੀਆਂ ਸੜਕਾਂ ਜਿਹੜੀਆਂ ਇੱਦਾਂ ਹੀ ਹੁੰਦੀਆਂ ਬਲਬਲੇਵੇਂ ਵਾਲੀਆਂ, ਇਹਦੇ 'ਚ ਬੜੇ ਐਮਰਜੈਂਸੀ ਮੋੜ ਹੁੰਦੇ। ਤੁਸੀਂ ਦੇਖਿਓ ਪਿੰਡਾਂ ਦੀਆਂ ਸੜਕਾਂ ਕਿੱਦਾਂ ਦੀਆਂ ਹੁੰਦੀਆਂ, ਐਮਰਜੈਂਸੀ ਮੋੜ ਹੁੰਦੇ, ਪਤਾ ਨਹੀਂ ਕਿੱਥੇ ਕਿਹੜਾ ਮੋੜ ਆ ਜਾਣਾ, ਪਤਾ ਨਹੀਂ ਕਿੱਥੇ ਟੀ ਪੁਆਇੰਟ ਆ ਜਾਣਾ, ਕਿੱਥੇ ਆ ਜਾਣਾ। ਪਰ ਇਹ ਗੱਲ ਬੜੀ ਸਪਸ਼ਟ ਹੈ, ਜਿਹੜਾ ਰਾਜਮਾਰਗ ਹੈ ਰਾਜਮਾਰਗ 'ਚ ਟੀ ਪੁਆਇੰਟ ਨਹੀਂ ਹੁੰਦੇ ਹੈਗੇ। ਰਾਜਮਾਰਗ ਵਿੱਚ ਰਾਜਮਾਰਗ ਐ ਨਹੀਂ ਹੁੰਦਾ ਹੈਗਾ ਕਦੀ ਐਂ ਨੂੰ ਚਲ ਗਿਆ, ਕਦੀ ਉਹਨੂੰ ਚਲ ਗਿਆ, ਕਦੀ ਉਹਨੂੰ ਚਲ ਗਿਆ, ਇੱਦਾਂ ਨਹੀਂ ਹੁੰਦਾ ਹੈਗਾ, ਇੱਦਾਂ ਨਹੀਂ ਹੁੰਦਾ। ਜਿਹੜੀ
ਲੋਕਲ ਗਵਰਨਮੈਂਟ ਸੜਕਾਂ ਬਣਾਉਂਦੀ ਹੈ ਉਹ ਇਦਾਂ ਦੀਆਂ ਹੀ ਆ, ਕਦੀ ਐ ਨੂੰ ਚਲ ਗਏ, ਕਦੀ ਐ ਨੂੰ ਚਲ ਗਏ, ਕਦੀ ਉਹਨੂੰ ਚਲ ਗਏ। ਇਹ ਜਿਹੜੀ ਗੱਲ ਹੈ, ਜਿਹੜਾ ਸਟੇਟ ਜਿਹੜੀ ਸੈਂਟਰ ਗਵਰਨਮੈਂਟ ਸੜਕ ਬਣਦੀ, ਰਾਜ ਮਾਰਗ ਬਣਦੇ ਹਨ, ਉਹ ਸਟੇਟ ਬਣਦੇ ਹਨ, ਸਿੱਧੇ ਬਣਦੇ ਹਨ। ਅਗਰ ਉੱਥੇ ਟਰਨ ਹੈ ਤਾਂ ਬਹੁਤ ਹਲਕਾ ਟਰਨ, ਬਹੁਤ ਹਲਕਾ ਮੋੜ ਹੈ, ਪਰ ਆਮ ਤੌਰ ਤੇ ਨਿਰਦੇਸ਼ ਹੈ ਬਿਲਕੁਲ ਸਿੱਧਾ ਜਾਣਾ। ਉਹਦੇ ਲਈ ਚਾਹੇ ਸ਼ਹਿਰ ਦੇ ਉੱਪਰ ਦੀ ਟਪਾਉਣਾ ਪਵੇ ਤੇ ਚਾਹੇ ਥੱਲੇ ਉਹਦੇ ਲਈ ਜਾਣਾ ਪਵੇ, ਕੁਝ ਵੀ ਕਰਨਾ ਪਵੇ। ਹੁਣ ਜਿਹੜੀ ਗੱਲ ਹੈ ਇਹ ਕਿ ਸਿੱਧਾ ਬਣਾਉਣਾ ਹੈ ਰਾਹ ਸਿੱਧਾ ਬਣਾਉਣਾ। ਉਹ ਕਿਹਨੇ ਬਣਾਉਣਾ? ਬੰਦਿਆਂ ਦੇ ਵੱਸ ਦੀ ਗੱਲ ਨਹੀਂ ਰਹੀ, ਮਹਾਂਪੁਰਸ਼ਾਂ ਦੇ ਵੱਸ ਦੀ ਗੱਲ ਨਹੀਂ ਰਹੀ। ਮਹਾਂਪੁਰਸ਼ ਵੱਸ ਦੀ ਗੱਲ ਨਹੀਂ ਰਹੀ। ਬੜੀਆਂ ਸੜਕਾਂ ਬਣਾਈਆਂ, ਕੋਸ਼ਿਸ਼ਾਂ ਕੀਤੀਆਂ, ਪਰ ਵੱਸ ਦੀ ਗੱਲ ਨਹੀਂ ਰਹੀ। ਇਸ ਲਈ ਖੁਦਾ ਨੇ ਯਾਕੂਬ ਨੂੰ ਪਹਿਲਾਂ ਦਿਖਾਇਆ ਸੀਗਾ ਅਸਮਾਨ ਤੋਂ ਜ਼ਮੀਨ ਤੱਕ ਇੱਕ ਪੌੜੀ ਲੱਗੀ ਹੋਈ ਹੈ, ਉਹ ਪੌੜੀ ਸਿੱਧੀ ਹੈ। ਯਿਸੂ ਮਸੀਹ ਨੇ ਵੀ ਕਿਹਾ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦੇ ਉੱਤੇ ਦੂਤਾਂ ਨੂੰ ਚੜ੍ਹਦੇ ਹੋ, ਦੇਖੋ ਤੁਸੀਂ ਕਰੋਗੇ। ਫਿਰ ਇਹ ਗੱਲ ਬੜੀ ਸਾਫ਼ ਹੈ, ਇਹ ਗੱਲ ਬੜੀ ਸਾਫ਼ ਹੈ ਕਿ ਉਹ ਰਾਹ ਸਿੱਧਾ ਹੋਏਗਾ, ਉਹ ਰਾਹ ਸਿੱਧਾ ਹੋਏਗਾ। ਜਿਹੜਾ ਉਹ ਰਾਹ ਆ ਉਹ ਸਿੱਧਾ ਹੀ ਪਰਮੇਸ਼ਵਰ ਨਾਲ ਮਿਲਾਏਗਾ, ਸਿੱਧੇ ਪਰਮੇਸ਼ਵਰ ਨਾਲ ਮਿਲਾਏਗਾ। ਵਲਵਲੇਵੇਂ ਨਹੀਂ ਹੋਣਗੇ, ਵਲਵਲੇਵੇਂ ਨਹੀਂ ਹੋਣੇ। ਔਰ ਅਗਲੀ ਗੱਲ ਆ ਉੱਚਾ ਨੀਵਾਂ ਨਹੀਂ ਹੋਣਾ, ਉੱਚਾ ਨੀਵਾਂ ਨਹੀਂ ਹੋਣਾ। ਕਦੀ ਟੋਆ ਆ ਗਿਆ, ਕਦੀ ਟਿੱਬਾ ਆ ਗਿਆ, ਕਦੀ ਐਂ ਜੁੜ ਗਏ, ਕਦੀ ਐਂ ਜੁੜ ਗਏ, ਇੱਦਾਂ ਨਹੀਂ। ਉਹ ਜਿਹੜਾ ਰਾਹ ਆ ਉਹ 'ਚ ਟੋਏ ਟਿੱਬੇ ਨਹੀਂ ਹੋਣੇ। ਆਪਣੀ ਰਫ਼ਤਾਰ ਤੇ ਤੁਸੀਂ ਸ਼ਾਂਤੀ ਨਾਲ, ਕੁਸ਼ਲਤਾ ਨਾਲ ਜਾਓਗੇ। ਤੁਹਾਡੀ ਗਤੀਸ਼ੀਲਤਾ, ਤੁਹਾਡੀ ਰਫ਼ਤਾਰ ਇਸ ਰਾਜ ਮਾਰਗ ਦੇ ਉੱਤੇ ਚੱਲਦੀ ਰਹੂਗੀ, ਬਣੀ ਰਹੂਗੀ। ਹਰ ਖੱਡ ਭਰੀ ਜਾਊਗੀ, ਹਰ ਪਹਾੜ ਤੇ ਟਿੱਬਾ ਨੀਵਾਂ ਕੀਤਾ ਜਾਊਗਾ। ਭਾਵ ਜਿੱਥੇ ਟੋਏ ਉੱਥੇ ਮਿੱਟੀ ਪਾਤੀ ਜਾਊਗੀ, ਜਿੱਥੇ ਟਿੱਬੇ ਆ ਉਹ ਮਿੱਟੀ ਚੁੱਕਤੀ ਜਾਊਗੀ। ਪਹਾੜ ਜਿਹੜੇ ਢਾਹ ਤੇ ਜਾਊਗੇ ਔਰ ਖੱਡਾਂ 'ਚ ਪਾ ਦਿੱਤੇ ਜਾਊਗੇ। ਪ੍ਰਭੂ ਇੱਕ ਜਗ੍ਹਾ ਏਦਾਂ ਬੋਲਦਾ ਕਿ ਮੈਂ ਪਹਾੜਾਂ ਨੂੰ ਸੜਕਾਂ ਬਣਾ ਦੂੰਗਾ। ਉਹਦਾ ਮਤਲਬ ਇਹੀ ਆ ਕਿ ਪਹਾੜ ਖੱਡਾਂ 'ਚ ਪੈ ਜਾਊਗੇ ਤੇ ਸੜਕਾਂ ਬਣ ਜਾਊਗੀਆਂ, ਐਨ ਸਪਾਟ ਸੜਕਾਂ ਬਣ ਜਾਊਗੀਆਂ। ਪ੍ਰਭੂ ਦਾ ਧੰਨਵਾਦ ਆ, ਇਸ ਭਵਿੱਖਬਾਣੀ ਨੂੰ ਯਿਸੂ ਨੇ ਪੂਰਾ ਕਰਨਾ ਹੈ, ਪਰ ਇਹਨੂੰ ਬੋਲ ਰਿਹਾ ਜੋ ਹੈ ਉਹ ਯੂਹੰਨਾ ਨਬੀ ਬੋਲ ਰਿਹਾ। ਔਰ ਇਹ ਬਿੰਗਤ ਡਿੰਗ ਸਿੱਧੇ, ਬਿੰਗਤ ਡਿੱਗ ਸਿੱਧੇ ਅਤੇ ਖੁਰਦਲੇ ਰਾਹ ਪੱਧਰੇ, ਠਕ 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 ਵਾਲੇ ਨਹੀਂ ਰਹਿਣਗੇ, ਸਿੱਧੇ ਰਹਿਣਗੇ। ਉਹਦਾ ਲੈਵਲ ਹੋਊਗਾ, ਲੈਵਲ। ਪ੍ਰਭੂ ਦਾ ਧੰਨਵਾਦ ਹੈ, ਯਿਸੂ ਮਸੀਹ ਨੂੰ ਹਰ ਤਰੀਕੇ ਨਾਲ ਪਰਖਿਆ ਗਿਆ। ਇਬਰਾਨੀਆਂ ਲੇਖਕ ਕਹਿੰਦਾ ਦੁੱਖ ਚੱਲ ਕੇ ਉਹਨੇ ਆਗਿਆਕਾਰੀ ਸਿੱਖੀ, ਉਹ ਸਾਡੇ ਵਾਂਗੂ ਪਰਖਿਆ ਗਿਆ। ਅੱਜ ਅਸੀਂ ਕਹਿੰਦੇ ਪਰਖਿਆ, ਅਸੀਂ ਪਰਖੇ ਜਾ ਰਹੇ ਹਾਂ, ਰੋਜ਼ ਇਹੀ ਚੱਕਰ ਰਹਿੰਦਾ। ਯਿਸੂ ਮਸੀਹ ਪਰਖਿਆ ਗਿਆ, ਪਰਖਿਆ ਹੋਇਆ ਪੱਥਰ ਉਹ ਖੂੰਜੇ ਦਾ ਪੱਥਰ ਬਣਿਆ, ਸਾਰੇ ਪਾਸੇ ਨੂੰ ਸਿੱਧਾ, ਸਾਲੀ ਸੂਤ 'ਚ ਵੀ ਸਭ ਕੁਝ ਸਹੀ, ਕੋਈ ਗੜਬੜੀ ਨਹੀਂ। ਯਿਸੂ ਮਸੀਹ ਨੂੰ ਪੂਰਾ ਚੈੱਕ ਕੀਤਾ ਗਿਆ ਕਿ ਇਹ ਸਹੀ ਪੱਥਰ ਆ। ਪ੍ਰਭੂ ਦਾ ਧੰਨਵਾਦ ਆ, ਹਰ ਗੱਲ 'ਚ ਸਹੀ ਨਿਕਲਿਆ, ਹਰ ਗੱਲ ਸਹੀ ਨਿਕਲਿਆ। ਪਰਮੇਸ਼ਵਰ ਦੇ ਹਿਸਾਬ ਨਾਲ ਸਹੀ ਨਿਕਲਿਆ, ਬੰਦਿਆਂ ਦੇ ਹਿਸਾਬ ਨਾਲ ਨਹੀਂ ਸਹੀ ਨਿਕਲਿਆ। ਕਿਉਂਕਿ ਬੰਦੇ ਹੋਰ ਸੀ, ਬੰਦਿਆਂ ਨੂੰ ਪਰਖਣ ਦੀ ਨਿਗਾਹ ਨਹੀਂ ਸੀ। ਬੰਦਿਆਂ ਕੋਲ ਅੱਜ ਵੀ ਪਰਖਣ ਦੀ ਨਿਗਾਹ ਨਹੀਂ ਹੈਗੀ। ਕਈ ਵਾਰੀ ਅਗਰ ਤੁਸੀਂ ਸਹੀ ਵੀ ਹੋ, ਬੰਦੇ ਤੋਂ ਰੱਦ ਕਰ ਦੇਣ ਤਾਂ ਘਬਰਾਇਓ ਨਾ। ਯਿਸੂ ਨੂੰ ਵੀ ਰੱਦ ਕਰ ਦਿੱਤਾ, ਪੂਰਾ ਸੀ, ਸਹੀ ਸੀ, ਵਧੀਆ ਸੀ, ਠੀਕ ਸੀ, ਸਿੱਧਾ ਸੀ, ਪਰ ਪਰਖਿਆ ਨਹੀਂ। ਅੱਜ ਅਗਰ ਤੁਸੀਂ ਵੀ ਸਹੀ ਹੋ ਸਕਦਾ ਕਈ ਤੁਹਾਨੂੰ ਰੱਦ ਕਰ ਦੇਣ, ਕੋਈ ਗੱਲ ਛੱਡ ਪਰੇ, ਤੇਰੇ ਕੋਲ ਕੀ ਹੈ, ਹੋ ਸਕਦਾ ਕਹਿ ਦੇਣ ਏਦਾਂ, ਪਰ ਘਬਰਾਇਓ ਨਾ। ਪ੍ਰਭੂ ਨੇ ਕਿਹਾ ਜੇ ਮੈਨੂੰ ਕਬੂਲ ਕੀਤਾ ਤੁਹਾਨੂੰ ਵੀ ਕਰਨਗੇ, ਜੇ ਮੈਨੂੰ ਰੱਦ ਕੀਤਾ ਤੁਹਾਨੂੰ ਵੀ ਕਰਨਗੇ। ਜੇ ਹਰੇ ਨਾਲ ਕਰਤਾ ਸੁੱਕੇ ਨਾਲ ਵੀ ਹੋਣਾ, ਘਬਰਾਇਓ ਨਾ, ਚਿੰਤਾ ਨਾ ਕਰਿਓ ਕੋਈ। ਇਸ ਲਈ ਤਿਆਗੇ ਜਾਣਾ ਰਸੂਲਾਂ ਤੇ ਵੀ ਚੱਲਦਾ ਰਿਹਾ, ਕੇਵਲ ਯਿਸੂ ਮਸੀਹ ਤੇ ਨਹੀਂ ਰਿਹਾ, ਰਸੂਲਾਂ ਤੇ ਵੀ ਰਿਹਾ। ਇਸ ਲਈ ਬੇਨਤੀ ਹੈ, ਜੇ ਕੋਈ ਨਾ ਸਮਝੇ, ਤਿਆਗ ਦੇਵੇ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਤੁਹਾਡਾ ਪਰਮੇਸ਼ਰ ਹੈਗਾ ਤੁਹਾਡੇ ਨਾਲ। ਹੁਣ ਇਹ ਜਿਹੜੀ ਗੱਲ ਹੈ, ਇਹ ਭਵਿੱਖਬਾਣੀ ਜਿਹੜੀ ਹੈ ਬੜੀ ਸਪਸ਼ਟ ਹੈ। ਇਹ ਕਿਸ ਮਾਰਗ ਦੀ ਗੱਲ ਹੋ ਰਹੀ ਹੈ? ਸ਼ਾਹੀ ਮਾਰਗ ਦੀ ਗੱਲ ਹੋ ਰਹੀ। ਸ਼ਾਹੀ ਮਾਰਗ ਕਿਤੋਂ ਬਣੂਗਾ? ਆਸਮਾਨ ਦੀ ਬਾਦਸ਼ਾਹ ਤੋਂ ਬਣੂਗਾ। ਦੁਨੀਆ ਦੀਆਂ ਸੜਕਾਂ ਜੋ ਰਾਜ ਮਾਰਗ ਹਨ, ਸੈਂਟਰ ਗਵਰਨਮੈਂਟ ਬਣਾਉਂਦੀ ਹੈ, ਪਰ ਜੋ ਪਰਮੇਸ਼ਵਰ ਨਾਲ ਮਿਲਣ ਦਾ ਮਾਰਗ ਹੈ ਉਹ ਪਰਮੇਸ਼ਵਰ ਹੀ ਬਣਾਉਂਦਾ ਹੈ। ਇਸ ਲਈ ਉਹਨੇ ਹੀ ਬਣਾਇਆ ਹੈ। ਇਸ ਲਈ ਜਿਹੜੀ ਯਾਕੂਬ ਨੂੰ ਸਿਟੀ ਦਿਖਾਈ ਸੀ ਉਹ ਅਸਮਾਨ ਤੋਂ ਜ਼ਮੀਨ ਤੇ ਸੀ, ਜ਼ਮੀਨ ਤੋਂ ਅਸਮਾਨ ਤੇ ਨਹੀਂ ਸੀ। ਪ੍ਰਭੂ ਦਾ ਧੰਨਵਾਦ ਆ, ਉਹ ਏਦਾਂ ਹੀ ਆ ਕਿ ਅਸਮਾਨ ਤੋਂ ਰਸਤਾ ਬਣਾਇਆ ਗਿਆ। ਔਰ ਯਿਸੂ ਮਸੀਹ ਨੇ ਇਸ ਦੁਨੀਆ ਦੇ ਵਿੱਚ ਆ ਕੇ ਘੋਸ਼ਣਾ ਕੀਤੀ। ਯਿਸੂ ਮਸੀਹ ਨੇ ਇਸ ਸੰਸਾਰ ਦੇ ਵਿੱਚ ਆ ਕੇ ਘੋਸ਼ਣਾ ਕੀਤੀ। ਜਿਹੜੀ ਉਹ ਘੋਸ਼ਣਾ ਹੈ ਯੂਹੰਨਾ ਦੀ ਇੰਜੀਲ 14 ਅਧਿਆਇ 6ਵੇਂ ਵਚਨ ਦੇ ਵਿੱਚ ਹੈ। ਯਿਸੂ ਨੇ ਕਿਹਾ ਰਾਹ ਮੈਂ ਹਾਂ। ਯਿਸੂ ਨੇ ਕਿਹਾ ਰਾਹ ਮੈਂ ਹਾਂ। ਯਿਸੂ ਕਿੱਥੋਂ ਆਇਆ?
ਯੀਸ਼ੂ ਆਸਮਾਨ ਤੋਂ ਆਇਆ। ਜਿਹੜਾ ਆਸਮਾਨ ਤੋਂ ਆਇਆ ਉਹ ਪੂਰਾ ਮਾਰ ਗਿਆ ਔਰ ਰਾਜ਼ ਮਾਰ ਗਿਆ, ਜਿਹਦੇ ਨਾਲ ਅਸੀਂ ਪਰਮੇਸ਼ਰ ਨਾਲ ਮਿਲਾਪ ਕਰਨਾ, ਜਿਹਦੇ ਵਸੀਲੇ ਨਾਲ ਅਸੀਂ ਪਰਮੇਸ਼ਰ ਨਾਲ ਮਿਲਾਪ ਕਰਨਾ। ਪਰਮੇਸ਼ਰ ਦਾ ਵਚਨ ਦੱਸਦਾ ਪਰਮੇਸ਼ਰ ਤੇ ਮਨੁੱਖਾਂ ਵਿਚਕਾਰ ਇੱਕੋ ਹੀ ਵਿਚੋਲਾ ਆ, ਜਿਹੜਾ ਯੀਸ਼ੂ ਮਸੀਹ। ਅੱਜ ਸਾਡੇ ਵਰਗੇ ਪਾਦਰੀ ਸਾਹਿਬ ਵੀ ਹੈਗੇ ਆ ਜਿਹੜੇ ਕਹਿੰਦੇ ਵਿਚੋਲਾ ਤਾਂ ਮੈਂ ਆ, ਯੀਸ਼ੂ ਮਸੀਹ ਨੂੰ ਕੌਣ ਪੁੱਛਦਾ। ਬੇਨਤੀ ਆ, ਵਿਚੋਲਾ ਹੋਈ ਉਹਨੂੰ ਰਹਿਣ ਦਿਓ, ਉਹਨੂੰ ਰਹਿਣ ਦਿਓ। ਉਹ ਤੋਂ ਅੱਗੇ ਹੋ ਕੇ ਕੰਮ ਨਾ ਕਰੋ, ਉਹਦੇ ਪਿੱਛੇ ਹੋ ਕੇ ਕੰਮ ਕਰੋ, ਉਹਦੇ ਵਿੱਚ ਬਲੀਨ ਹੋ ਕੇ ਕੰਮ ਕਰੋ, ਉਹਦੇ 'ਚ ਲੁੱਕ ਕੇ ਕੰਮ ਕਰੋ, ਉਹਦੇ ਵਿੱਚ ਵੜ ਕੇ ਕੰਮ ਕਰੋ, ਉਹਦੇ 'ਚ ਖੋ ਕੇ ਕੰਮ ਕਰੋ। ਆਪਣੇ ਮੂੰਹ ਦਿਖਾਉਣ ਦੀ ਕੋਸ਼ਿਸ਼ ਨਾ ਕਰੋ। ਜਦੋਂ ਉਹਦੇ 'ਚ ਖੋ ਕੇ ਕੰਮ ਕਰੋਗੇ, ਉਹ 'ਚ ਵੜ ਕੇ ਕੰਮ ਕਰੋਗੇ, ਉਹ 'ਚ ਲੁੱਕ ਕੇ ਕੰਮ ਕਰੋਗੇ ਨਾ, ਤੁਹਾਡਾ ਪਰਮੇਸ਼ਵਰ ਫਿਰ ਤੁਹਾਨੂੰ ਆਪਣਾ ਚਿਹਰਾ ਜ਼ਰੂਰ ਦਊਗਾ, ਫਿਰ ਤੁਹਾਡੀ ਗਵਾਹੀ ਜ਼ਰੂਰ ਦਊਗਾ, ਫਿਰ ਤੁਹਾਡੀ ਪ੍ਰਸ਼ੰਸਾ ਵੀ ਕਰੂਗਾ, ਆਪਣੇ ਕੋਲ ਵੀ ਤੇ ਕਰਾਊਗਾ ਵੀ, ਪਰ ਆਪ ਹੀ ਨਾ ਕਰਾਉਣ ਲੱਗ ਪਈ। ਇਸ ਲਈ ਵਿਚੋਲਾ ਉਹ ਇੱਕੋ ਹੀ ਹੈ, ਉਹਨੂੰ ਰਹਿਣ ਦਿਓ। ਉਹਦੇ ਲਈ ਧੰਨਵਾਦ ਕਰੋ, ਬਹੁਤ ਸਾਰਾ ਧੰਨਵਾਦ ਹੈ। ਤੂੰ ਇੱਕੋ ਹੀ ਬਹੁਤ ਆ। ਸਾਡਾ ਵੀ ਉਹੀ ਆ, ਕਲੀਸਿਆ ਦਾ ਵੀ ਉਹੀ ਆ, ਪਾਦਰੀ ਸਾਹਿਬ ਦਾ ਵੀ ਉਹੀ ਆ, ਕਲੀਸਿਆ ਦਾ ਵੀ ਉਹੀ ਵਿਚੋਲਾ ਹੈ। ਇਸ ਲਈ ਸਿਫਾਰਸ਼ੀ ਪ੍ਰਾਰਥਨਾ ਕਰਨ ਵਾਲੇ ਅਸੀਂ ਹਾਂ, ਵਿਚੋਲਗੀ ਦੀਆਂ ਪ੍ਰਾਰਥਨਾ ਕਰਨ ਵਾਲੇ ਅਸੀਂ ਹਾਂ, ਪਰ ਵਿਚੋਲੇ ਨਹੀਂ ਆ, ਵਿਚੋਲਾ ਉਹੀ ਹੈ। ਇਸ ਲਈ ਮਾਰਗ ਉਹੀ ਆ, ਮਾਰਗ ਨਹੀਂ ਆ ਅਸੀਂ, ਮਾਰਗ ਉਹੀ ਆ। ਜਿਹੜਾ ਮਾਰ ਗਿਆ ਉਹਦਾ ਨਾਮ ਪ੍ਰਭੂ ਯੀਸ਼ੂ ਮਸੀਹ ਨਾਸਰੀ। ਇਸ ਲਈ ਬੇਨਤੀ ਆ ਉਸ ਮਾਰਗ ਦੇ ਉੱਤੇ ਚੱਲ ਕੇ ਅਸੀਂ ਪੂਰਨ ਪ੍ਰਭੂ ਨਾਲ ਮਿਲ। ਔਰ ਇਹ ਬੜੀ ਸਿੰਪਲ ਗੱਲ ਆ, ਬੜੀ ਸਰਲ ਗੱਲ ਆ ਇਹ ਕਿ ਅਸੀਂ ਕਿਸ ਤਰੀਕੇ ਨਾਲ ਪ੍ਰਭੂ ਦੇ ਨਾਲ ਮੇਲ ਕਰਦੇ। ਅਗਰ ਕੋਈ ਕਹੇ ਬਈ ਭਾਈ ਸਰਲ ਜੀ ਖੁਸ਼ਖਬਰੀ ਸੁਣਾਤਾ, ਸਰਲ ਖੁਸ਼ਖਬਰੀ ਕੀ ਹੈ? ਸਰਲ ਖੁਸ਼ਖਬਰੀ ਇਹ ਹੈ ਕਿ ਇੱਕ ਬੰਦੇ ਨੂੰ ਸਭ ਤੋਂ ਪਹਿਲਾਂ ਇਹ ਗਿਆਨ ਆਵੇ ਕਿ ਮੈਂ ਗਲਤ ਹਾਂ। ਜਿੱਦਾਂ ਪੌਲਸ ਪਹਿਲਾਂ ਕਹਿੰਦਾ ਮੈਂ ਗਲਤ ਨਹੀਂ ਹੈਗਾ, ਮੈਂ ਸਹੀ ਹਾਂ, ਆਹ ਜਿਹੜੇ ਬੰਦੇ ਜਿਹਨਾਂ ਨੂੰ ਮੈਂ ਮਾਰ ਰਿਹਾ ਇਹ ਗਲਤ ਹੈਗੇ। ਪਰ ਪਹਿਲਾਂ ਤਿਮੋਥੇਉਸ 1 ਅਧਿਆਏ ਉਹਦੇ 15 ਵਚਨ ਜੋ ਲਿਖ ਕੇ ਮੰਨਦਾ ਕਿ ਯੀਸ਼ੂ ਮਸੀਹ ਪਾਪੀਆਂ ਨੂੰ ਬਚਾਉਣ ਦੁਨੀਆ 'ਚ ਆਇਆ, ਪਰ ਸਭ ਤੋਂ ਵੱਡਾ ਮਹਾਪਾਪੀ ਮੈਂ। ਉਹਨੂੰ ਸਮਝ ਆ ਗਈ ਕਿ ਮਹਾਪਾਪੀ ਆ ਮੈਂ ਬੰਦਾ। ਪਹਿਲਾਂ ਉਹ ਲੋਕਾਂ ਨੂੰ ਕਹਿੰਦਾ ਤੁਸੀਂ ਗਲਤ ਹੈਗੇ, ਪਰ ਹੁਣ ਉਹ ਕਹਿੰਦਾ ਮੈਂ ਗਲਤ ਹਾਂ। ਮੈਨੂੰ ਸਮਝ ਲੱਗ ਗਈ। ਜਦੋਂ ਉਹਨੂੰ ਸਮਝ ਲੱਗ ਗਈ ਮੈਂ ਗਲਤ ਹਾਂ, ਫਿਰ ਉਹ ਖੁਦਾ ਦੇ ਘੁਟਨਿਆਂ ਤੇ ਆ ਗਿਆ, ਪ੍ਰਾਰਥਨਾ ਕਰਨ ਲੱਗ ਗਿਆ। ਉਹਦੀ ਅੱਖਾਂ ਤੋਂ ਛਿਲਕੇ ਲੱਥ ਗਏ, ਸੁਜਾਖਾ ਹੋ ਗਿਆ, ਲੋਕਾਂ ਨੂੰ ਵਚਨ ਸੁਣਾਉਣ ਲੱਗ ਗਿਆ, ਲੋਕਾਂ ਨੂੰ ਯੀਸ਼ੂ ਮਸੀਹ ਦੀ ਖੁਸ਼ਖਬਰੀ ਸੁਣਾਉਣ ਲੱਗ ਗਿਆ। ਆਪਣੀ ਨਹੀਂ, ਲੋਕਾਂ ਨੂੰ ਯੀਸ਼ੂ ਮਸੀਹ ਦੀ ਖੁਸ਼ਖਬਰੀ ਸੁਣਾਉਂਦਾ ਸੀ। ਹੁਣ ਜਿਹੜੀ ਇਹ ਗੱਲ ਬੜੀ ਸਪਸ਼ਟ ਰੂਪ ਵਿੱਚ ਏਦਾਂ ਆ। ਪਹਿਲੀ ਗੱਲ ਇਹ ਹੋਣਾ ਕਿ ਪ੍ਰਭੂ ਮੈਂ ਪਾਪੀ ਬੰਦਾ, ਮੈਂ ਠੀਕ ਨਹੀਂ ਹੈਗਾ, ਮੇਰੇ ਤੋਂ ਗਲਤੀਆਂ, ਮੇਰੇ 'ਚ ਪਾਪ ਆ, ਮੈਨੂੰ ਮਾਫ ਕਰ ਦੇ। ਮੈਂ ਵਿਸ਼ਵਾਸ ਕਰਦਾ ਯੀਸ਼ੂ ਮਸੀਹ ਨਾਜ਼ਰੀ ਤੂੰ ਮੇਰੇ ਪਾਪਾਂ ਨੂੰ ਮਾਫ ਕਰ ਸਕਦਾ। ਮੈਂ ਵਿਸ਼ਵਾਸ ਕਰਦਾ ਕਿ ਮੇਰੇ ਪਾਪਾਂ ਲਈ ਹੀ ਤੂੰ ਦੁਨੀਆ ਤੇ ਆ ਕੇ ਮਰਿਆ, ਮੇਰੇ ਪਾਪਾਂ ਲਈ ਹੀ ਤੂੰ ਕ੍ਰੂਸ ਤੇ ਚੜ੍ਹ ਕੇ ਮੇਰੀ ਜਾਨ ਦਿੱਤੀ ਆ, ਆਪਣੀ ਜਾਨ ਦਿੱਤੀ ਆ, ਔਰ ਮੇਰੇ ਗੁਨਾਹਾਂ ਦੇ ਲਈ ਹੀ ਤੂੰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਔਰ ਮੇਰੀਆਂ ਬਿਮਾਰੀਆਂ ਲਈ ਹੀ ਤੂੰ ਆਪਣੇ ਸਿਰ ਤੇ ਤਾੜਨਾ ਚੱਲੀ ਆ। ਪ੍ਰਭੂ ਮੇਰੀ ਜਗ੍ਹਾ ਤੂੰ ਸਾਰਾ ਦੁੱਖ ਚੱਲ ਲਿਆ। ਪ੍ਰਭੂ ਮੈਂ ਮੰਨਦਾ ਹਾਂ ਰੋਮੀਆਂ 6:23 ਨੂੰ ਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਸੀਗੀ ਜਿਹੜੀ ਮੇਰੇ ਪੱਲੇ 'ਚ ਪੈ ਗਈ ਸੀ, ਪਰ ਤੇਰਾ ਧੰਨਵਾਦ ਹੈ ਉਹ ਮਜ਼ਦੂਰੀ ਤੂੰ ਆਪਣੇ ਪੱਲੇ 'ਚ ਪਾ ਲਈ ਔਰ ਤੂੰ ਜ਼ਿੰਦਗੀ ਮੇਰੇ ਪੱਲੇ 'ਚ ਪਾਤੀ। ਖੁਸ਼ਖਬਰੀ ਇੰਨੀ ਹੈ ਕਿ ਇੱਕ ਆਦਮੀ ਤੋਂ ਪਾਪ ਸੰਸਾਰ ਵਿੱਚ ਆਇਆ, ਉਹ ਪਾਪ ਸਾਰੀ ਦੁਨੀਆ 'ਚ ਫੈਲ ਗਿਆ, ਉਹ ਮੌਤ ਵੀ ਸਾਰੀ ਦੁਨੀਆ 'ਚ ਫੈਲ ਗਈ, ਔਰ ਇੱਕ ਦੂਸਰਾ ਆਦਮੀ ਯੀਸ਼ੂ ਮਸੀਹ ਦੁਨੀਆ ਵਿੱਚ ਆਇਆ। ਉਹ ਦੇਹਧਾਰੀ ਸ਼ਬਦ ਹੈ ਜੋ ਸੰਸਾਰ ਵਿੱਚ ਪਰਮੇਸ਼ਰ ਇਨਸਾਨ ਬਣ ਕੇ ਆਇਆ। ਉਹਨੇ ਸਾਡੇ ਪਾਪਾਂ ਦਾ ਦੰਡ ਆਪਣੇ ਉੱਤੇ ਲੈ ਲਿਆ। ਅਗਰ ਸਿੱਧਾ ਜਿਹਾ ਇਸ ਗੱਲ ਤੇ ਵਿਸ਼ਵਾਸ ਕਰੋਗੇ ਤੁਹਾਡਾ ਯੀਸ਼ੂ ਮਸੀਹ ਤੁਹਾਨੂੰ ਬਚਾ ਲਊਗਾ। ਜ਼ਿਆਦਾ ਗੱਲਾਂ ਬਾਤਾਂ ਦੀ ਲੋੜ ਨਹੀਂ ਹੈਗੀ। ਜਿਸ ਡਾਕੂ ਨੂੰ ਯੀਸ਼ੂ ਮਸੀਹ ਨੇ ਕ੍ਰੂਸ ਦੇ ਉੱਤੇ ਕਿਹਾ ਤੂੰ ਅੱਜ ਮੇਰੇ ਨਾਲ ਸੁਰਗ ਵਿੱਚ ਹੋਵੇਂਗਾ, ਕਿੰਨਾ ਚਿਰ ਪ੍ਰਚਾਰ ਸੁਣਿਆ ਉਸ ਬੰਦੇ ਨੇ, ਕਿੰਨਾ ਚਿਰ ਪ੍ਰਚਾਰ ਸੁਣਿਆ, ਕਿੰਨਾ ਕੁ ਸਿੱਧ ਬਣ ਗਿਆ ਸੀ ਉਹ। ਬਸ ਇੱਕ ਗੱਲ ਤੇ ਖੜਾ ਹੋ ਗਿਆ ਸੀਗਾ, ਜਿਹੜਾ ਯੀਸ਼ੂ ਹੈ ਨਿਰਦੋਸ਼ ਆ, ਮੈਂ ਦੋਸ਼ੀ ਆ, ਔਰ ਇਹ ਜਿਹੜਾ ਯੀਸ਼ੂ ਆ ਇਹ ਮੇਰੇ ਪਾਪਾਂ ਦੇ ਕਰਕੇ ਕ੍ਰੂਸ ਤੇ ਚੜਿਆਗਾ। ਇੰਨੇ ਗਿਆਨ ਦੇ ਨਾਲ ਯੀਸ਼ੂ ਨੇ ਉਹਨੂੰ ਕਿਹਾ ਅੱਜ ਤੂੰ ਮੇਰੇ ਨਾਲ ਸੁਰਗ ਹੋਵੇਂਗਾ। ਔਰ ਅੱਜ ਅਗਰ ਇੱਕ ਵਿਅਕਤੀ ਨੂੰ ਮਰਦੇ ਟਾਈਮ ਵੀ ਇੰਨਾ ਗਿਆਨ ਆ ਜਾਵੇ ਤਾਂ ਅੱਜ ਵੀ ਯੀਸ਼ੂ ਮਸੀਹ ਉਹਦੇ ਲਈ ਹੈਗਾ, ਉਹਦੇ ਹੀ ਕਰਨ ਦੇ ਲਈ ਹੈਗਾ। ਜੇ ਗਿਆਨ ਨਹੀਂ ਆਇਆ ਪੜ੍ਹ ਲਓ ਕਿਤਾਬਾਂ ਜਿੰਨੀਆਂ ਮਰਜ਼ੀ ਪੜ੍ਹ ਲਓ, ਕੱਖ ਨਹੀਂ ਹੋਣ ਵਾਲਾ ਹੈਗਾ। ਕਰੀ ਜਾਓ ਜੋ ਮਰਜ਼ੀ, ਕੁਛ ਨਹੀਂ ਹੋਣ ਵਾਲਾ ਜੇਕਰ ਇਹ ਗਿਆਨ ਠੀਕ ਰੀਤੀ ਨਾਲ ਨਹੀਂ ਆਇਆ ਤਾਂ, ਇਹਨੂੰ ਠੀਕ ਰੀਤੀ ਨਾਲ ਸਮਝਿਆ ਨਹੀਂ ਤਾਂ। ਔਰ ਹੁਣ ਕੀ ਹੋਇਆ, ਹੁਣ ਕੀ ਹੋ ਗਿਆ? ਇਸ ਸੰਸਾਰ ਦੇ ਵਿੱਚ ਕੀ ਹੈ? ਇਸ ਸੰਸਾਰ ਦੇ ਵਿੱਚ ਅੱਜ ਵੀ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਬਿੰਗੇ ਕਰਨ ਵਾਲੇ ਲੋਕ ਹੈਗੇ। ਯੀਸ਼ੂ ਨੇ ਰਾਹ ਸਿੱਧਾ ਕਰਤਾ, ਪ੍ਰਭੂ ਯੀਸ਼ੂ ਨੇ ਰਾਹ ਕਰਤਾ ਸਿੱਧਾ, ਪਰ ਹੁਣ ਜਿਹੜਾ ਸ਼ੈਤਾਨ ਆ ਉਹ ਸ਼ੈਤਾਨੀ ਕਰਦਾ। ਉਹਨੂੰ ਸ਼ੈਤਾਨੀ ਉਹ ਕੀ ਕਰਦਾ ਕਿ ਸਿੱਧੇ ਕਿੱਦਾਂ ਮਿਲ ਜਾਣਗੇ ਉਹਦੇ ਤੱਕ,
ਸਿੱਧੇ ਕਿੱਦਾਂ ਪਹੁੰਚ ਜਾਣਗੇ ਰੱਬ ਤੱਕ? ਇਹ ਰਸਤੇ ਬੰਦ ਕਰ ਦਿਓ, ਰਸਤੇ ਖਰਾਬ ਕਰ ਦਿਓ। ਕਿੱਦਾਂ ਖਰਾਬ ਕਰਦੇ ਆ? ਜਿਹੜੇ ਰਾਹਾਂ 'ਚ ਤੁਰੇ ਹੋਏ ਨੇ, ਰਾਹ 'ਤੇ ਤੁਰੇ ਹੋਏ, ਸੁੱਟੀ ਜਾਓ ਇਹਨਾਂ ਨੂੰ, ਡਿੱਗੀ ਜਾਣ। ਇਹ ਠੋਕਰਾਂ ਬਣ ਜਾਣੇ, ਠੋਕਰਾਂ। ਅੱਜ ਸ਼ਾਹੀ ਰਾਹ ਜਿਹੜਾ ਠੋਕਰਾਂ ਨਾਲ ਭਰ ਦਿੱਤਾ। ਜਦੋਂ ਯਿਸੂ ਮਸੀਹ ਜ਼ਮੀਨ ਦੇ ਉੱਤੇ ਆਏ, ਉਸ ਵਕਤ ਇੱਕ ਬੜੀ ਸਾਫ਼ ਗੱਲ ਸੀਗੀ। ਜਦੋਂ ਯਿਸੂ ਮਸੀਹ ਜ਼ਮੀਨ ਤੇ ਆਏ, ਉਸ ਵਕਤ ਮਾਰਗ ਵਿਗੜਿਆ ਹੋਇਆ ਸੀਗਾ। ਜਦੋਂ यूहन्ना ਬਪਤਿਸਮਾ ਦੇਣ ਵਾਲਾ ਇਹ ਸੁਨੇਹਾ ਦੇ ਰਿਹਾ, ਉਸ ਵਕਤ ਇਹ ਮਾਰਗ ਵਿਗੜਿਆ ਹੋਇਆ ਸੀਗਾ। ਇਹ ਮਾਰਗ ਟੇਢਾ ਮੇਢਾ ਹੋ ਗਿਆ ਸੀਗਾ। ਇਹ ਮਾਰਗ ਉੱਚਾ ਨੀਵਾਂ ਹੋ ਗਿਆ ਸੀਗਾ। ਇਹ ਮਾਰਗ ਬਿੰਗਤ ਡਿੰਗਾ ਹੋ ਗਿਆ ਸੀਗਾ। ਜੇ ਨਾ ਹੋਇਆ ਹੁੰਦਾ ਤੇ यूहन्ना ਇਹ ਘੋਸ਼ਣਾ ਨਾ ਕਰਦਾ ਔਰ ਯਿਸੂ ਮਸੀਹ ਇਸ ਦੁਨੀਆ 'ਚ ਨਾ ਆਉਂਦਾ। ਹੁਣ ਜਿਹੜਾ ਮਾਰਗ ਬਿੰਗਾ ਹੋ ਗਿਆ, ਕਿਹਨੇ ਬਿੰਗਾ ਕੀਤਾ? ਜਿਨ੍ਹਾਂ ਨੇ ਪਰਮੇਸ਼ਰ ਵਾਲੇ ਝੋਲੇ ਪਾਏ ਸੀ, ਜਿਹੜੇ ਕਹਿੰਦੇ ਅਸੀਂ ਰੱਬ ਨੂੰ ਮੰਨਦੇ। ਦੇਖੋ, ਜਿਹੜੇ ਰੱਬ ਨੂੰ ਮੰਨਦੇ ਨਹੀਂ ਹੈਗੇ, ਉਹ ਰੱਬ ਦਾ ਰਸਤਾ ਨਹੀਂ ਵਿਗਾੜ ਸਕਦੇ। ਜਿਹੜੇ ਨਾਸਤਿਕ ਲੋਕ ਆ, ਨਹੀਂ ਰੱਬ ਨੂੰ ਮੰਨਦੇ, ਉਹ ਰੱਬ ਦਾ ਰਸਤਾ ਨਹੀਂ ਵਿਗਾੜ ਸਕਦੇ। ਉਹ ਰੱਬ ਦਾ ਰਸਤਾ ਸਿੱਧਾ ਟੇਢਾ ਮੇਢਾ ਨਹੀਂ ਕਰ ਸਕਦੇ। ਉਹ ਪਰਮੇਸ਼ਰ ਵਾਲਾ ਰਸਤਾ ਟੇਢਾ ਮੇਢਾ ਨਹੀਂ ਕਰ ਸਕਦੇ। ਜਿਹੜੇ ਪਰਮੇਸ਼ਰ ਨੂੰ ਨਹੀਂ ਮੰਨਦੇ, ਬਿਲਕੁਲ ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ। ਪਰਮੇਸ਼ਰ ਦਾ ਰਸਤਾ ਟੇਢਾ ਮੇਢਾ ਉਹੀ ਕਰਦੇ ਆ ਜਿਹੜੇ ਕਹਿੰਦੇ ਅਸੀਂ ਤਾਂ ਪਰਮੇਸ਼ਰ ਨੂੰ ਮੰਨਦੇ। ਦੇਖ, ਸਾਡੇ ਕੋਲ ਵੀ ਬਾਈਬਲ ਹੈਗੀ ਹੈ, ਅਸੀਂ ਵੀ ਤਾਂ ਉਹਨੂੰ ਹੀ ਮੰਨਦੇ ਹਾਂ। ਇੱਕ ਦਿਨ ਦੀ ਗੱਲ ਆ, ਇੱਦਾਂ ਇੱਕ ਪਿੰਡ ਵਿੱਚ ਪ੍ਰਚਾਰ ਕਰਨ ਦੇ ਲਈ ਗਏ ਸੀਗੇ। ਇੱਦਾਂ ਕੁਛ ਭਾਈ ਭੈਣ ਇੱਦਾਂ ਪ੍ਰਚਾਰ ਸੁਣ ਰਹੇ ਸੀਗੇ। ਜਦੋਂ ਪ੍ਰਚਾਰ ਸੁਣ ਰਹੇ ਸੀਗੇ ਤਾਂ ਮੈਂ ਇੱਦਾਂ ਪ੍ਰਚਾਰ ਕਰ ਰਿਹਾ ਸੀਗਾ। ਕਾਫੀ ਲੋਕੀ ਧਿਆਨ ਨਾਲ ਸੁਣ ਰਹੇ ਸੀ। ਇੱਕ ਮੁੰਡਾ ਆਇਆ ਪਿੱਛੋਂ, ਉਹ ਮੇਰੀ ਬਾਂਹ ਫੜ ਕੇ ਨਾ ਮੈਨੂੰ ਘੂਰ ਕੇ ਨਾ ਲਿਜਾ ਕੇ ਆਪਣੀ ਦੁਕਾਨ 'ਚ ਬਿਠਾ ਦਿੱਤਾ ਉਹਨੇ। ਤੇ ਮੈਨੂੰ ਉਹ ਬਾਈਬਲ ਦੀਆਂ ਗੱਲਾਂ ਸੁਣਾਉਣ ਲੱਗ ਗਿਆ। ਮੈਂ ਕਿਹਾ ਯਾਰ, ਮੈਂ ਨਵਾਂ ਸੀ ਉਦੋਂ, ਬਿਲਕੁਲ ਖੁਸ਼ਖਬਰੀ ਸੁਣਾਉਣ ਦਾ ਚਾਅ ਸੀ, ਬਸ ਇੰਨਾ ਹੀ ਸੀ। ਮੈਂ ਕਿਹਾ ਯਾਰ, ਜੇ ਪ੍ਰਭੂ ਦੀਆਂ ਗੱਲਾਂ ਮੈਨੂੰ ਸੁਣਾਉਂਦਾ ਤੇ ਮੈਨੂੰ ਇਹਨੇ ਉੱਥੇ ਗੱਲ ਹੀ ਸੁਣਾਉਣ ਦਿੱਤੀਆਂ ਲੋਕਾਂ ਨੂੰ। ਇਹਨੂੰ ਕੀ ਹੋ ਗਿਆ? ਉੱਥੇ ਮੈਨੂੰ ਸੁਣਾ ਲੈਣ ਦਿੰਦਾ, ਮੇਰੇ ਨਾਲ ਕਰ ਲੈਂਦਾ ਬਾਅਦ ਜਿਹੜੀ ਗੱਲ ਕਰਨੀ ਸੀ ਇਹਨੇ, ਪਰ ਮੈਨੂੰ ਸੁਣਾਉਣ ਨਹੀਂ ਦਿੱਤੀਆਂ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਉਹ ਯਹੋਵਾ ਵਿਟਨੈਸ ਸੀ। ਉਹਨੂੰ ਇਹ ਗਵਾਰਾ ਨਹੀਂ ਸੀ ਕਿ ਮੈਂ ਯਿਸੂ ਮਸੀਹ ਦੀ ਖੁਸ਼ਖਬਰੀ ਲੋਕਾਂ ਨੂੰ ਸੁਣਾਵਾਂ। ਉਹਨੂੰ ਗੁੱਸਾ ਚੜ ਗਿਆ। ਉਹ ਮੈਨੂੰ ਫੜ ਕੇ ਦੁਕਾਨ 'ਚ ਬਿਠਾ ਕੇ ਮੈਨੂੰ ਡਾਂਟਣ ਦੇ ਤਰੀਕੇ ਨਾਲ ਉਹਨੇ ਇਹ ਗੱਲਾਂ ਕਹੀਆਂ। ਅੱਜ ਮੇਰੇ ਭੈਣ ਭਰਾਓ, ਕੀ ਕਰੂਗਾ ਇੱਕ ਬੰਦਾ ਜਿਹਨੂੰ ਸਫੇਦ ਪੋਸ਼ਾਂ ਤੋਂ ਝਟਕੇ ਲੱਗੂਗੇ? ਉਹ ਕੀ ਕਰੂਗਾ? ਜਿਹਨੂੰ ਠੋਕਰਾਂ ਲੱਗੂਗੀਆਂ। ਜਿਹੜੇ ਯਿਸੂ ਮਸੀਹ ਦੇ ਨਾਲ ਸਾਹਮਣਾ ਕਰਦੇ ਸੀ ਵੱਡੇ ਵੱਡੇ ਚੋਗੇ ਪਾ ਕੇ, ਉਹਨਾਂ ਲੋਕਾਂ ਨੇ ਪਰਮੇਸ਼ਵਰ ਦਾ ਮਾਰਗ ਵਿਗਾੜਿਆ ਹੋਇਆ ਸੀਗਾ ਔਰ ਯਿਸੂ ਮਸੀਹ ਉਹਨਾਂ ਦੇ ਖਿਲਾਫ ਸੀ। ਕਿਉਂਕਿ ਯਿਸੂ ਮਸੀਹ ਸਿੱਧਾ ਰਾਹ ਸੀਗਾ, ਉਹਨੇ ਟੇਢੇ ਰਾਹ ਜਿਹੜੇ ਸੀਗੇ ਉਹ ਸਿੱਧੇ ਕਰਨੇ ਸੀ। ਉਹਨਾਂ ਦੇ ਵਿੱਚ ਵੱਜਦਾ ਸੀ ਉਹ, ਉਹਨਾਂ ਨੂੰ ਗਵਾਰਾ ਨਹੀਂ ਸੀ, ਉਹਨਾਂ ਨੂੰ ਉਹ ਠੀਕ ਨਹੀਂ ਲੱਗਦਾ ਸੀਗਾ। ਰਾਹ ਸਾਰੇ ਵਿਗੜ ਚੁੱਕੇ ਸੀਗੇ ਜਦੋਂ ਯਿਸੂ ਮਸੀਹ ਜ਼ਮੀਨ ਦੇ ਉੱਤੇ ਆਇਆ। ਇਸੇ ਕਰਕੇ ਹੀ ਯਿਸੂ ਮਸੀਹ ਨੇ ਉਹਨਾਂ ਨੂੰ ਮੱਤੀ ਇੰਜੀਲ 18ਵੇਂ ਅਧਿਆਇ 6-7ਵੇਂ ਵਚਨ ਦੇ ਵਿੱਚ ਠੋਕਰ ਖਿਲਾਉਣ ਦੇ ਪਾਪ ਦੇ ਬਾਰੇ ਦੱਸਿਆ। ਠੋਕਰ ਖਿਲਾਉਣ ਦੇ ਪਾਪ ਦੇ ਬਾਰੇ ਦੱਸਿਆ ਕਿ ਠੋਕਰ ਖਿਲਾਉਣ ਤੋਂ ਪਹਿਲਾਂ ਚੰਗਾ ਸੀਗਾ ਕਿ ਬੰਦੇ ਦੇ ਗਲ ਨਾਲ ਚੱਕੀ ਦਾ ਪੁੜ ਜਿਹੜਾ ਭਾਰਾ ਪੱਥਰ ਬੰਨ੍ਹ ਦਿੱਤਾ ਜਾਂਦਾ ਤੇ ਸਮੁੰਦਰੀ ਢਗਾਨ 'ਚ ਡੋਬ ਦਿੱਤਾ ਜਾਂਦਾ ਤੇ ਬੰਦਾ ਮਰ ਜਾਂਦਾ। ਚੰਗਾ ਹੀ ਠੋਕਰ ਖਿਲਾਉਣ ਤੋਂ ਪਹਿਲਾਂ, ਚੰਗੀ ਗੱਲ ਤੋਂ ਮਰ ਜਾਂਦਾ। ਪਰ ਯਿਸੂ ਮਸੀਹ ਨੇ ਉਸ ਵਕਤ ਦੇ ਲੋਕਾਂ ਨੂੰ ਲਾਂਭਾ ਦਿੱਤਾ। ਤੁਸੀਂ ਗਿਆਨ ਦੀ ਕੁੰਜੀ ਲੈ ਗਏ, ਨਾ ਆਪ ਪੜਨ ਦਿੱਤਾ ਤੇ ਨਾ ਆਪ ਬੜੇ ਤਾਂ ਨਾ ਦੂਜਿਆਂ ਨੂੰ ਪੜਨ ਦਿੱਤਾ। ਯਿਸੂ ਮਸੀਹ ਨੇ ਕਿਹਾ, ਇਹ ਮੂਸਾ ਦੀ ਗੱਦੀ ਤੇ ਬੈਠੇ ਆ, ਜੋ ਇਹ ਕਹਿੰਦੇ ਕਰੋ ਪਰ ਇਹਨਾਂ ਵਰਗੇ ਕੰਮ ਨਾ ਕਰਿਓ। ਮਜਬੂਰੀ 'ਚ ਕਹਿਣਾ ਪਿਆ ਪ੍ਰਭੂ ਨੂੰ ਇਹ ਗੱਲ, ਔਰ ਏਦਾਂ ਹੀ ਸੀ ਉਹ ਗੱਲ। ਔਰ ਹੁਣ ਜਿਹੜੀ ਇਹ ਗੱਲ ਆ, ਰਸੂਲਾਂ ਦੇ ਜ਼ਮਾਨੇ ਤੋਂ ਹੀ ਇਹ ਗੱਲ ਸ਼ੁਰੂ ਹੋ ਗਈ। ਰਸੂਲਾਂ ਦੇ ਜ਼ਮਾਨੇ ਤੋਂ ਇਹ ਗੱਲ ਬਿਲਕੁਲ ਕਲੀਅਰ ਸ਼ੁਰੂ ਹੋ ਗਈ। ਜਿਹੜੀ ਇਹ ਗੱਲ ਹੈ, ਰਸੂਲਾਂ ਦੇ ਕਿਤਾਬ 13 ਅਧਿਆਇ ਇੱਕ ਵਾਰੀ ਖੋਲਦੇ ਆ ਤਾਂ ਉੱਥੇ ਸਾਨੂੰ ਇੱਕ ਬੰਦਾ ਮਿਲਦਾ। ਉਹਦੇ ਸਾਨੂੰ ਇੱਕ ਬੰਦਾ ਮਿਲਦਾ ਜਿਹੜਾ ਇੱਕ ਜਾਦੂਗਰ ਸੀ, ਪਰ ਉਹਦਾ ਇੱਕ ਕੰਮ ਸੀ ਜਿਹੜਾ ਉਹ ਕੰਮ ਕਰ ਰਿਹਾ ਸੀਗਾ। ਉਹਦਾ ਨਾਮ ਬਰੇਸੂਸ ਜਾਂ ਇਲਮਾਸ ਸੀ। ਉੱਥੇ ਇੱਕ ਡਿਪਟੀ ਜਿਹੜਾ ਸਰਗਿਊਸ ਆ, ਉਹ ਤੋਬਾ ਕਰਨੀ ਚਾਹੁੰਦਾ ਸੀ, ਉਹ ਮੰਨਣਾ ਚਾਹੁੰਦਾ ਸੀ ਪ੍ਰਭੂ ਨੂੰ, ਪਰ ਉਹਨੇ ਕਈ ਪ੍ਰਕਾਰ ਦੇ ਜਿਹੜੇ ਨਾ ਉੱਥੇ ਆਪਣੇ ਅਡੰਬਰ ਕਰਕੇ ਉਹਨੂੰ ਵਿਸ਼ਵਾਸ ਤੋਂ ਫੇਰਨ ਦੀ ਕੋਸ਼ਿਸ਼ ਕੀਤੀ। ਜਦੋਂ ਫੇਰਨ ਦੀ ਕੋਸ਼ਿਸ਼ ਕੀਤੀ ਤੇ ਪੌਲਸ ਨੇ ਉਹਨੂੰ ਕਿਹਾ, 13 ਅਧਿਆਇ 10ਵੇਂ ਵਚਨ 'ਚ ਲਿਖਿਆ, ਅਤੇ ਆਖਿਆ ਕਿ ਓਏ ਤੂੰ ਜੋ ਸਭ ਤਰ੍ਹਾਂ ਦੇ ਛਲ ਔਰ ਬੁਰਾਈ ਨਾਲ ਭਰਿਆ ਹੋਇਆ ਹੈ, ਸ਼ੈਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ, ਕੀ ਤੂੰ ਪ੍ਰਭੂ ਦੇ ਸਿੱਧੇ ਰਾਹ ਨੂੰ ਵਿੰਗੇ ਕਾਰੋਂ ਨਹੀਂ ਟਲੇਗਾ? ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਹੈ ਅਤੇ ਤੂੰ ਅੰਨਾ ਹੋ ਜਾਏਗਾ ਅਤੇ ਕੁਝ ਚਿਰ ਤੀਕ ਸੂਰਜ ਨੂੰ ਨਾ ਵੇਖੇਗਾ
ਅਤੇ ਉਵੇਂ ਉਹਦੇ ਧੁੰਦ ਔਰ ਹਨੇਰਾ ਛਾ ਗਿਆ ਤਾਂ ਉਹ ਟੋਲਦਾ ਫਿਰਿਆ ਭਈ ਕੋਈ ਹੱਥ ਫੜ ਕੇ ਮੈਨੂੰ ਲੈ ਚੱਲੇ। ਤੁਸੀਂ ਕਹੋਗੇ ਤੁਸੀਂ ਤਾਂ ਮੈਨੂੰ ਬਾਹਰਲਿਆਂ ਦੀ ਉਦਾਹਰਨ ਪੜ੍ਹ ਕੇ ਸੁਣਾਈ ਜਾਂਦੇ ਸਾਨੂੰ। ਬਾਹਰਲਿਆਂ ਲਈ ਵੀ ਗੱਲ ਆ ਤੇ ਅੰਦਰਲਿਆਂ ਲਈ ਵੀ ਗੱਲ ਆ। ਜਿਹੜੇ ਬਾਹਰਲਿਆਂ ਦਾ ਹੱਲ ਸੌਖਾ ਹੀ ਹੋ ਜਾਂਦਾ, ਜਿਹੜੇ ਬਾਹਰਲਿਆਂ ਦਾ ਹੱਲ ਸੌਖਾ ਹੀ ਹੋ ਜਾਂਦਾ, ਆਰਾਮ ਨਾਲ ਹੀ ਹੋ ਜਾਂਦਾ। ਆ ਹੋ ਗਿਆ, ਇੱਕ ਵਾਰੀ ਬੋਲਿਆ ਚੱਲ ਹੋ ਗਿਆ, ਓਕੇ। ਪਰ ਉਹ ਕੀ ਆ, ਉਹ ਪ੍ਰਭੂ ਦੇ ਸਿੱਧੇ ਰਾਹ ਨੂੰ ਬਿੰਗੇ ਕਰਨਾ ਚਾਹੁੰਦਾ ਸੀ। ਹੁਣ ਕੀ ਹੋ ਗਿਆ, ਹੁਣ ਜੇ ਜਾਦੂਗਰ ਨਹੀਂ ਕਰ ਸਕਦਾ ਤੇ ਉਹਨੇ ਮਸੀਹ ਫੜ ਲੈਣੇ, ਉਹਨੇ ਚਲਾਕੀ ਨਾਲ ਫੜ ਲੈਣੇ। ਹੁਣ ਜੇ ਚਲਾਕੀ ਨਾਲ ਫੜ ਲੈਣੇ ਤਾਂ ਫੜ ਲੈ, ਇਹ ਫੜ ਲੈ। ਜਿਹੜਾ ਦੂਸਰਾ ਗ੍ਰੰਥੀਆ 11 ਅਧਿਆਇ ਉਹਦਾ ਤੀਸਰਾ ਵਚਨ ਜਿਹੜਾ ਬੜਾ ਕਲੀਅਰ ਹੈ, ਫੜ ਲੈ। ਅੱਜ ਜਿਹੜੀ ਗੱਲ ਇਹ ਹੈਗੀ ਆ, ਜਦੋਂ ਤੁਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਹੋ, ਇਸ ਗੱਲ ਨੂੰ ਸਮਝ ਜਾਓ ਕਿ ਉਹ ਫੜਦਾ ਹੈ, ਉਹਨਾਂ ਨੂੰ ਫੜਦਾ ਹੈ ਜਿਹੜੇ ਕਹਿੰਦੇ ਮੈਨੂੰ ਤਾਂ ਸਭ ਕੁਝ ਪਤਾ ਹੈ। ਤੀਸਰਾ ਵਚਨ, ਦੂਸਰਾ ਗ੍ਰੰਥੀਆ 11 ਅਧਿਆਇ ਤੀਸਰਾ ਵਚਨ, ਪਰ ਮੈਂ ਡਰਦਾ ਹਾਂ ਕਿ ਕਿਤੇ ਉਹ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖਚਰ ਵਿਦਿਆ ਨਾਲ ਹਵਾ ਨੂੰ ਭਰਮਾਇਆ, ਤੁਹਾਡੇ ਮਨ ਵਿੱਚ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ ਜਾਣ। ਜੇ ਤਾਂ ਕੋਈ ਆਉਣ ਵਾਲਾ ਕਿਸੇ ਦੂਜੇ ਯੀਸ਼ੂ ਦੀ ਮਨਾਦੀ ਕਰਦਾ ਜਿਹਦੀ ਅਸਾਂ ਨਾ ਕੀਤੀ, ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਿਹੜਾ ਤੁਹਾਨੂੰ ਨਾ ਮਿਲਿਆ, ਜਾਂ ਕੋਈ ਹੋਰ ਖੁਸ਼ਖਬਰੀ ਜਿਹਨੂੰ ਤੁਸੀਂ ਕਬੂਲ ਨਾ ਕੀਤਾ, ਤਾਂ ਤੁਸੀਂ ਅੱਛੀ ਤਰ੍ਹਾਂ ਉਹਨੂੰ ਸਹਾਰ ਲੈਂਦੇ। ਔਰ ਇੱਕ ਗੱਲ ਬੜੀ ਸਪਸ਼ਟ ਹੋਰ ਹੈ, ਕਹਿੰਦਾ ਅਤੇ 13 ਵਚਨ ਤੋਂ ਪੜ੍ਹਦੇ ਹਾਂ ਇਹਦੇ, ਕਿਉਂ ਜੋ ਇਹੋ ਜਿਹੇ ਲੋਕ ਝੂਠੇ ਰਸੂਲ ਅਤੇ ਛਲ ਵੱਲ ਕਰਨ ਵਾਲੇ ਹਨ, ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਟਾਉਂਦੇ ਹਨ। ਅਤੇ ਅਚਰਜ ਦੀ ਗੱਲ ਨਹੀਂ, ਕਿਉਂਕਿ ਸ਼ੈਤਾਨ ਵੀ ਆਪਣੇ ਰੂਪ ਨੂੰ ਚੰਨ ਦੇ ਦੂਤ ਦੇ ਰੂਪ ਵਿੱਚ ਬਟਾਉਂਦਾ ਹੈ। ਇਸ ਲਈ ਜੋ ਉਹਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਬਟਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ, ਪਰ ਉਹਨਾਂ ਦਾ ਅੰਤ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਹੋਵੇਗਾ। ਹੁਣ ਇੱਥੇ ਗੱਲ ਬੜੀ ਸਪਸ਼ਟ ਹੈ, ਉਹ ਕਹਿੰਦਾ ਕਿ ਪਵਿੱਤਰ ਕੁਆਰੀ ਤਰ੍ਹਾਂ ਤੁਹਾਡੀ ਮੰਗਣੀ ਹੋਈ ਯਿਸੂ ਮਸੀਹ ਦੇ ਨਾਲ। ਹੁਣ ਜਿਹੜੀ ਇਹ ਗੱਲ ਆ, ਪਵਿੱਤਰ ਕੁਆਰੀ ਤਰ੍ਹਾਂ ਮੰਗਣੀ ਹੋਈ ਆ। ਔਰ ਅਗਲੀ ਗੱਲ ਇਹ ਹੈਗੀ ਆ, ਉਹ ਕਹਿੰਦਾ ਮੈਨੂੰ ਇੱਕ ਡਰ ਲੱਗਦਾ ਹੈ ਕਿਤੇ ਤੁਹਾਡਾ ਕੁਆਰਪੁਣਾ ਭੰਗ ਨਾ ਹੋ ਜਾਏ। ਕਲੀਸਿਆ ਵਰਜਨ ਚਾਹੀਦੀ ਪ੍ਰਭੂ ਨੂੰ, ਕਲੀਸਿਆ ਕੁਆਰੀ ਚਾਹੀਦੀ, ਕਲੀਸਿਆ ਆਰਾਮਗਰ ਨਹੀਂ ਚਾਹੀਦੀ। ਕਲੀਸਿਆ ਦਾ ਇੱਕੋ ਹੀ ਦੁल्हा ਹੋਣਾ, ਦੂਸਰਾ ਨਹੀਂ ਹੋ ਸਕਦਾ ਹੈਗਾ। ਭਾਵ ਜਿੱਥੇ ਮਰੀ ਜਾ ਕੇ ਪੂਜਾ ਬੰਦਗੀ ਨਹੀਂ ਕਰ ਸਕਦੀ, ਇੱਕ ਦੀ ਪੂਜਾ ਕਰ ਸਕਦੀ ਕਲੀਸਿਆ ਸੰਗਤ, ਇੱਕ ਦੀ ਪੂਜਾ ਕਰ ਸਕਦੀ। ਹੁਣ ਜਿਹੜੀ ਆਹ ਗੱਲ ਹੈਗੀ ਆ, ਉਹ ਕਹਿੰਦਾ ਕਿਤੇ ਇਦਾਂ ਨਾ ਹੋਵੇ ਕਿ ਜਿੱਦਾਂ ਹਵਾ ਨੂੰ ਭਰਮਾਇਆ ਸ਼ੈਤਾਨ ਨੇ, ਸੱਪ ਨੇ ਚਤੁਰ ਵਿਦਿਆ ਦੇ ਨਾਲ ਭਰਮਾ ਲਿਆ ਤੇ ਉਹਦੀ ਸਾਦਗੀ ਖਰਾਬ ਕਰਤੀ। ਕਿਤੇ ਕਹਿੰਦਾ ਮੈਂ ਡਰਦਾ ਕਿ ਤੁਹਾਡੀ ਸਾਦਗੀ ਤੇ ਪਵਿੱਤਰਤਾਈ ਜਿਹੜੀ ਮਸੀਹ ਦੀ ਵੱਲ ਆ ਕਿਤੇ ਵਿਗੜ ਨਾ ਜਾਵੇ। ਜਿਹੜੇ ਤੁਹਾਡੀ ਸਾਦਗੀ ਪਵਿੱਤਰਤਾਈ ਨੂੰ ਵਿਗਾੜਨ ਵਾਲੇ ਆ ਨਾ, ਉਹ ਕੋਈ ਵੀ ਹੋ ਸਕਦੇ ਆ। ਉਹ ਇਦਾਂ ਦੇ ਚਿੱਟੇ ਕੱਪੜੇ ਪਾ ਕੇ ਵੀ ਆ ਸਕਦੇ, ਅੱਜ ਬਾਈਬਲ ਪੜ੍ਹ ਕੇ ਵੀ ਆ ਸਕਦੇ। ਇਸੇ ਕਰਕੇ ਯੂਹੰਨਾ ਕਹਿੰਦਾ ਹਰ ਆਤਮਾ ਦੀ ਪ੍ਰਤੀਤ ਨਾ ਕਰ ਲਿਓ, ਆਤਮਾ ਨੂੰ ਪਰਖੋ ਕਿ ਮਸੀਹ ਤੋਂ ਹੈਗੇ ਵੀ ਹੈ ਕਿ ਨਹੀਂ। ਹੁਣ ਜਿਹੜੀ ਇਹ ਗੱਲ ਆ, ਕਲੀਸਿਆ ਜਿਹੜੀ ਵਿਗਾੜਨ ਵਾਲੇ ਉਦੋਂ ਤੋਂ ਖੜੇ ਹੋ ਗਏ। ਜਦੋਂ ਵਿਗਾੜਨ ਵਾਲੇ ਉਦੋਂ ਤੋਂ ਖੜੇ ਹੋ ਗਏ, ਜਿਹੜੇ ਵਿਗਾੜਨ ਵਾਲੇ ਆ ਉਹ ਬੜੇ ਸਾਫ਼ ਰੂਪ ਵਿੱਚ ਏਦਾਂ ਸਾਹਮਣੇ ਆਵੇ। ਜਦੋਂ ਵਿਗਾੜਨ ਵਾਲੇ ਖੜੇ ਹੋ ਗਏ, ਉਹ ਗਲਾਤੀਆ ਦੀ ਕਲੀਸਿਆ ਵਿੱਚ ਵੀ ਚਲੇ ਗਏ। ਗਲਾਤੀਆ ਦੀ ਕਲੀਸਿਆ 'ਚ ਪ੍ਰੋਬਲਮ ਆ ਗਈ। ਜਦੋਂ ਗਲਾਤੀਆ ਦੀ ਕਲੀਸਿਆ ਦਾ ਪਹਿਲਾ ਅਧਿਆਇ ਪੜ੍ਹਦੇ ਹਾਂ, ਗਲਾਤੀਆ ਦੀ ਕਲੀਸਿਆ ਦਾ ਪਹਿਲਾ ਅਧਿਆਇ ਸਾਨੂੰ ਦੱਸਦਾ ਹੈ, 6ਵੇਂ ਵਚਨ ਤੋਂ ਪੜ੍ਹਦੇ ਹਾਂ, ਮੈਂ ਅਚਰਜ ਹੁੰਦਾ ਹਾਂ ਜੋ ਤੁਸੀਂ ਉਸ ਤੋਂ ਜਿਹਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ ਇੰਨੀ ਛੇਤੀ ਹੋਰ ਕਿਸੇ ਖੁਸ਼ਖਬਰੀ ਦੀ ਵੱਲ ਝੁਕਦੇ ਜਾਂਦੇ ਹੋ। ਪਰ ਉਹ ਤਾਂ ਦੂਜੀ ਖੁਸ਼ਖਬਰੀ ਨਹੀਂ, ਪਰੰਤੂ ਕਈ ਕੁ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ। ਪਰ ਜੇਕਰ ਅਸੀਂ ਵੀ ਜਾਂ ਸੁਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ। ਇੱਥੇ ਲਿਖਿਆ ਉਹ ਤੁਹਾਨੂੰ ਘਬਰਾਉਂਦੇ। ਅਸੀਂ ਘਬਰਾਹਟ ਕਦੋਂ ਪੈਂਦੀ ਬੰਦੇ 'ਚ? ਕੋਈ ਬੰਦਾ ਆ ਕੇ ਤੁਹਾਨੂੰ ਸਵਾਲ ਕਰਦਾ, ਤੁਹਾਨੂੰ ਉਹਦਾ ਉੱਤਰ ਨਹੀਂ ਆਉਂਦਾ। ਅਗਰ ਤੁਹਾਨੂੰ ਕਿਸੇ ਬੰਦੇ ਦੇ ਸਵਾਲ ਦਾ ਉੱਤਰ ਨਹੀਂ ਆਉਂਦਾ ਤਾਂ ਮਤਲਬ ਥੋੜੀ ਸਵਰਗ ਨਹੀਂ ਜਾਣਾ ਹੈਗਾ। ਅਗਰ ਤੁਹਾਨੂੰ ਕਿਸੇ ਬੰਦੇ ਦੇ ਸਵਾਲ ਦਾ ਉੱਤਰ ਨਾ ਆਇਆ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਵਰਗ ਨਹੀਂ ਜਾ ਸਕਦੇ। ਬਿਲਕੁਲ ਪਲੀਜ਼ ਬੇਨਤੀ ਇਸ ਗੱਲ ਨੂੰ ਸਮਝ ਜਾਓ, ਬਿਲਕੁਲ ਕਲੀਅਰ ਗੱਲ ਹੈ। ਇੱਕ ਬੇਟੀ ਆ, ਉਹ ਸਟੂਡੈਂਟ ਸੀ, ਉਹਨੂੰ ਕਿਸੇ ਨੇ ਬਾਈਬਲ ਦੇ ਵਿੱਚੋਂ ਸਵਾਲ ਪੁੱਛੇ, ਉਹਨੇ ਜਿੰਨੇ ਆਉਂਦੇ ਸੀ ਉਹਨੇ ਉੱਤਰ ਦਿੱਤੇ। ਇੱਕ ਦਾ ਨਹੀਂ ਆਇਆ ਤੇ ਉਹ ਸਿਆਣਾ ਸੀ ਬੰਦਾ ਜਿਹੜਾ ਪੁੱਛ ਰਿਹਾ ਸੀ, ਔਰ ਉਹ ਬੱਚੀ ਸੀ, ਪਰ ਉਹ ਇੰਟੈਲੈਕਚੁਅਲ ਬੱਚੀ ਸੀ, ਇੰਟੈਲੀਜੈਂਟ ਬੱਚੀ ਸੀ। ਉਹਨੇ ਉਸ ਆਪਣੇ ਵੱਡੀ ਉਮਰ ਦੇ ਨੂੰ ਕਿਹਾ
ਅੰਕਲ ਜੀ ਮੈਨੂੰ ਇਹ ਵਿਸ਼ਵਾਸ ਆ ਕਿ ਜਦੋਂ ਯਿਸੂ ਮਸੀਹ ਨੇ ਮੈਨੂੰ ਲੈਣ ਆਣਾ ਨਾ, ਉਹਨੇ ਮੇਰੇ ਕੋਲੋਂ ਸਾਰੀ ਬਾਈਬਲ ਨਹੀਂ ਸੁਣਨੀ ਹੈਗੀ। ਅੱਜ ਤੁਸੀਂ ਇਹ ਸਿਖਾਉਣ ਤੇ ਤੁਰੇ, ਕਹਿਣ ਤੇ ਤੁਰੇ ਜੇ ਤੈਨੂੰ ਸਾਰੀ ਬਾਈਬਲ ਨਾ ਆਈ ਤਾਂ ਤੂੰ ਨਰਕ ਚਲ ਜਾਊਗਾ। ਨਹੀਂ ਆਉਣੀ ਸਾਰਿਆਂ ਨੂੰ ਸਾਰੀ ਬਾਈਬਲ, ਨਹੀਂ ਆਉਣੀ ਸਾਰਿਆਂ ਨੂੰ ਸਾਰੀ ਬਾਈਬਲ। ਜਿਹਨਾਂ ਨੂੰ ਪੜ੍ਹਨਾ ਹੀ ਨਹੀਂ ਆਉਂਦਾ ਸਾਰੀ ਬਾਈਬਲ ਕੀ ਸਿਖਾ ਦੋਗੇ ਤੁਸੀਂ ਉਹਨਾਂ ਨੂੰ? ਕਿ ਤੁਸੀਂ ਖੁਸ਼ਖਬਰੀ ਨੂੰ ਸਾਦਾ ਨਹੀਂ ਕਰ ਸਕਦੇ? ਕਿ ਤੁਸੀਂ ਖੁਸ਼ਖਬਰੀ ਨੂੰ ਸਿੰਪਲ ਨਹੀਂ ਸੁਣਾ ਸਕਦੇ? ਕਿ ਤੁਸੀਂ ਖੁਸ਼ਖਬਰੀ ਨੂੰ ਸਾਦਾ ਢੰਗ ਨਾਲ ਉਹਦੇ ਅੰਦਰ ਨਹੀਂ ਪਾ ਸਕਦੇ? ਮੈਂ ਬੇਨਤੀ ਕਰਦਾ, ਭਾਵੇਂ ਤੁਸੀਂ ਨਾ ਪਾ ਸਕੋ, ਪਰ ਸਾਰਿਆਂ ਦਾ ਪਰਮੇਸ਼ਵਰ ਉਹ ਕਹਿੰਦਾ ਮੈਂ ਆਪਣੇ ਲੋਕਾਂ ਦਾ ਨਵਾਂ ਨੇਮ ਬਣਾਂਗਾ, ਮੈਂ ਆਪਣੀ ਵਿਵਸਥਾ, ਆਪਣੀ ਗੱਲਬਾਤ ਉਹਨਾਂ ਦੇ ਅੰਦਰ ਫਿੱਟ ਕਰ ਦੂੰਗਾ। ਉਹ ਕਰ ਸਕਦਾ। ਮੈਨੂੰ ਪਤਾ ਜਦੋਂ ਮੈਂ ਪ੍ਰਚਾਰਕ ਬਣਿਆ ਮੇਰੇ ਸ਼ਬਦ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੇ, ਮੇਰੀ ਵੋਕੈਬਲਰੀ ਡਿਫਰੈਂਟ ਸੀ, ਮੇਰਾ ਸ਼ਬਦਕੋਸ਼ ਸਹੀ ਨਹੀਂ ਸੀ, ਮੇਰਾ ਸ਼ਬਦਕੋਸ਼ ਲਿਟਰੇਚਰ ਵਾਲਾ ਸੀਗਾ, ਕਿਤਾਬਾਂ ਵਾਲਾ ਸੀਗਾ, ਔਰ ਲੋਕਾਂ ਨੂੰ ਸਮਝ ਨਹੀਂ ਲੱਗਦਾ ਸੀਗਾ। ਔਰ ਇੱਕ ਦਿਨ ਇੱਕ ਬੇਟੀ ਨੇ ਮੈਨੂੰ ਕੰਪਲੇਂਟ ਕੀਤੀ, ਉਹ ਬੇਟੀ ਇੱਕ ਸਟੂਡੈਂਟ ਸੀ, ਉਹਨੇ ਕਿਹਾ ਭਾਜੀ ਮੈਨੂੰ ਤੁਹਾਡਾ ਪ੍ਰਚਾਰ ਸਮਝ ਨਹੀਂ ਲੱਗਦਾ। ਔਰ ਮੈਂ ਉਦੋਂ ਬੜਾ ਰੋਇਆ ਇਸ ਗੱਲ ਦੇ, ਔਰ ਚਿੰਤਿਤ ਹੋਇਆ ਕਿ ਪ੍ਰਭੂ ਜੇ ਇੱਕ ਸਟੂਡੈਂਟ ਨੂੰ ਮੇਰਾ ਪ੍ਰਚਾਰ ਸਮਝ ਨਹੀਂ ਲੱਗਦਾ ਜਿਹੜਾ ਮੈਂ ਕਰਦਾ ਹਾਂ, ਤੇ ਅਨਪੜ੍ਹ ਬੰਦੇ ਨੂੰ ਸਮਝ ਲੱਗਦਾ ਹੋਊਗਾ। ਮੈਂ ਆਪਣੀ ਵੋਕੈਬਲਰੀ ਨੂੰ ਬਦਲਿਆ, ਸ਼ਬਦਕੋਸ਼ ਨੂੰ ਬਦਲਿਆ, 100% ਬਦਲਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਕੋਲ ਸ਼ਬਦ ਹੋਣੇ ਚਾਹੀਦੇ ਜਿਹੜੇ ਅਨਪੜ੍ਹ ਨੂੰ ਸਮਝ ਆ ਸਕਣ, ਮੇਰੇ ਕੋਲ ਸ਼ਬਦ ਹੋਣੇ ਚਾਹੀਦੇ ਜਿਹੜੇ ਹੇਠਲੇ ਤੋਂ ਹੇਠਲੇ ਬੰਦੇ ਦੇ ਅੰਦਰ ਜਾ ਸਕਣ। ਇਹਦੀ ਕੋਸ਼ਿਸ਼ ਵਿੱਚ, ਅੱਜ ਵੀ ਕੋਸ਼ਿਸ਼ ਵਿੱਚ ਆ। ਔਰ ਅੱਜ ਬੇਨਤੀ ਆ, ਖੁਸ਼ਖਬਰੀ ਨੂੰ ਏਦਾਂ ਤਰਲ ਕਰ ਦੋ, ਸਰਲ ਕਰ ਦੋ। ਮੈਂ ਇੱਕ ਫਿਲਾਸਫਰ ਨੂੰ ਜਾਣਦਾ, ਮੈਂ ਆਪਣੀ ਜ਼ਿੰਦਗੀ ਸਭ ਤੋਂ ਵੱਧ ਉਹ ਤੋਂ ਪ੍ਰਭਾਵਿਤ ਹੋਇਆ ਸੀਗਾ। ਉਹ ਕਹਿੰਦਾ ਹੁੰਦਾ ਸੀ ਸਰਲ ਹੋ ਜਾਓ, ਸਰਲ 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 ਸਰਲ। ਉਹ ਖੁਦ ਸਰਲ ਨਹੀਂ ਸੀ, ਉਹਨੂੰ ਪਤਾ ਲੱਗ ਗਿਆ ਸੀਗਾ ਕਿ ਮੈਂ ਟਫ ਹੋ ਗਿਆ, ਮੈਂ ਔਖਾ ਹੋ ਗਿਆ ਆ, ਮੇਰੀਆਂ ਗੱਲਾਂ ਔਖੀਆਂ ਹੋ ਗਈਆਂ ਆ। ਉਹਨੂੰ ਪਤਾ ਲੱਗ ਗਿਆ ਸੀਗਾ, ਪਰ ਉਹ ਸਰਲ ਨਹੀਂ ਹੋ ਪਾ ਰਿਹਾ ਸੀਗਾ। ਔਰ ਲੋਕਾਂ ਨੂੰ ਕਹਿ ਰਿਹਾ ਸਰਲ ਹੋ ਜਾਓ, ਗੁੰਝਲਦਾਰ ਨਾ ਬਣੋ। ਮੇਰੇ ਭੈਣ ਭਰਾ, ਕਈਆਂ ਨੇ ਗੁੰਝਲ ਪਾਤੀ ਆ ਖੁਸ਼ਖਬਰੀ ਦੇ ਵਿੱਚ, ਕਈਆਂ ਨੇ ਫੇਰ ਦਿੱਤਾ ਘਚੋਲਾ ਉਹ ਪਾਣੀ ਦੇ ਵਿੱਚ, ਔਰ ਮਿੱਟੀ ਵੀ ਰਲਾਤੀ ਆ ਪਾਣੀ ਦੇ ਵਿੱਚ। ਕਹਿੰਦਾ ਏਦਾਂ ਹੀ ਪੀਓ ਸਾਰੇ, ਤੁਸੀਂ ਨਾ ਪਿਲਾਓ ਧੱਕੇ ਨਾਲ। ਜੇ ਕੁਛ ਨਾ ਮਿਲਿਆ ਵੀ ਇਹੀ ਪੀਣਾ ਪੈਣਾ ਹੈ, ਕਿਉਂਕਿ ਅੱਜ ਪਾਦਰੀ ਸਾਹਿਬ ਕਹਿੰਦਾ ਜੇ ਤੂੰ ਮੇਰੇ ਵਚਨ ਤੋਂ ਇਲਾਵਾ ਹੋਰ ਸੁਣ ਲਿਆ ਤੈਨੂੰ ਕੁਛ ਹੋ ਜਾਣਾ। ਇਸੇ ਕਰਕੇ ਕਹਿੰਦਾ ਇਹ ਨਾ ਕਹੋ, ਉਹਨੂੰ ਕਹੋ ਸੁਣ ਲਓ ਜਿਹੜਾ ਮਰਜ਼ੀ, ਪਰ ਸਮਝ ਲਈ ਵੀ ਸਹੀ ਕੀ ਹੈ। ਇੱਕ ਵਾਰੀ ਆਪਣੇ ਕੋਲ ਕਸੌਟੀ ਲੈ ਕੇ ਚੱਲ, ਸੁਣੀ ਜਿਹੜਾ ਮਰਜ਼ੀ, ਪਰ ਤੇਰੇ ਕੋਲ ਕਸੌਟੀ ਹੋਣੀ ਚਾਹੀਦੀ ਹੈ, ਸਹੀ ਕੀ ਹੈ ਤੇ ਗਲਤ ਕੀ ਹੈ। ਜੇ ਨਹੀਂ ਹੈਗੀ ਫਿਰ ਪਹਿਲਾਂ ਕਸੌਟੀ ਲੈ, ਫਿਰ ਅੱਗੇ ਵਧੀ। ਹੁਣ ਗੱਲ ਕਿੱਥੇ ਕੀ ਹੈ? ਗੱਲ ਇੱਥੇ ਬੜੀ ਸਪਸ਼ਟ ਇਹ ਹੈਗੀ ਆ ਕਿ ਵਿਗਾੜਨ ਵਾਲੇ ਆ ਗਏ, ਖੁਸ਼ਖਬਰੀ ਦੀ ਸਾਦਗੀ ਨੂੰ ਖਰਾਬ ਕਰਨ ਵਾਲੇ ਗਏ। ਔਰ ਕਲੀਸਿਆ ਦੀ, ਗਲਾਤੀਆ ਦੀ ਕਲੀਸਿਆ ਵਿੱਚ ਵੀ ਆ ਗਏ, ਔਰ ਗਲਾਤੀਆ ਦੀ ਕਲੀਸਿਆ ਜਿਹੜੀ ਠੀਕ ਖੁਸ਼ਖਬਰੀ ਤੇ ਖੜੀ ਸੀਗੀ ਅੱਜ ਬਹਿਮੀ ਹੋ ਗਈ। ਯਿਸੂ ਮਸੀਹ ਤੋਂ ਵਿਸ਼ਵਾਸ ਛੱਡ ਕੇ ਬਪਤਿਸਮਾ ਲੈਣ ਤੋਂ ਬਾਅਦ ਵੀ ਸੋਚਦੇ ਆ ਹੁਣ ਸੁਨਨਤ ਕਰਾ ਲਈਏ। ਔਰ ਬਹੁਤ ਸਾਰੇ ਕੀ ਕਹਿੰਦੇ ਆ, ਤੇਰਾ ਤਾਂ ਬਪਤਿਸਮਾ ਹੀ ਠੀਕ ਨਹੀਂ ਹੈਗਾ, ਤੂੰ ਕਿੱਥੋਂ ਸਵਰਗ ਚਲ ਜਾਣਾ। ਕਹਿੰਦੇ ਅੱਛਾ ਭਾਜੀ ਠੀਕ ਨਹੀਂ ਹੈਗਾ, ਚਲੋ ਫਿਰ ਤੁਹਾਡੇ ਨਾਲ ਲੈ ਲੈਂਦੇ ਆ, ਤੁਹਾਡੇ ਨਾਲ ਲੈ ਲੈਂਦੇ, ਚਲੋ ਕੋਈ ਗੱਲ ਨਹੀਂ। ਤੇ ਤੁਹਾਡੇ ਨਾਲ ਲੈ ਕੇ ਸਿੱਧੀ ਟਿਕਟ ਮਿਲ ਜਾਣੀ ਹੈ, ਫਿਰ ਕੁਛ ਨਹੀਂ ਕਰਨਾ ਪੈਣਾ। ਜਿਹੜੇ ਪਾਣੀ ਦਾ ਬਸਮਾ ਦੁਆਰਾ ਆਉਂਦੇ ਉਹਨਾਂ ਨੂੰ ਬੇਨਤੀ ਕਰਦਾ, ਭਾਈ ਤੇਰਾ ਵਾਲਾ ਬਸਮਾ ਲੈ ਕੇ ਸਿੱਧਾ ਸਵਰਗ ਚਲ ਜਾਣਾ, ਕੋਈ ਪ੍ਰੋਬਲਮ ਨਹੀਂ ਆਣੀ ਰਸਤੇ ਵਿੱਚ। ਆਣੀ ਆ ਫਿਰ ਵੀ ਤੈਨੂੰ ਆਗਿਆਕਾਰੀ ਕਰਨੀ ਪੈਣੀ, ਫਿਰ ਵੀ ਤੈਨੂੰ ਤੋਬਾ ਵਾਲਾ ਜੀਵਨ ਜੀਣਾ ਪੈਣਾ, ਫਿਰ ਵੀ ਤੈਨੂੰ ਵਿਸ਼ਵਾਸ ਵਾਲਾ ਜੀਵਨ ਜੀਣਾ ਪੈਣਾ, ਫਿਰ ਵੀ ਤੈਨੂੰ ਪਰਮੇਸ਼ਰ ਨਾਲ ਪਰਸਪਰ ਸਹਿਮਤੀ ਵਾਲਾ ਜੀਵਨ ਜੀਣਾ ਪੈਣਾ, ਫਿਰ ਵੀ ਤੈਨੂੰ ਪਵਿੱਤਰ ਜੀਵਨ ਜੀਣਾ ਪੈਣਾ, ਫਿਰ ਵੀ ਤੈਨੂੰ ਆਗਿਆਕਾਰੀ ਬਣਨਾ ਪੈਣਾ, ਫਿਰ ਵੀ ਤੈਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਲੈ ਕੇ ਚੱਲਣਾ ਪੈਣਾ। ਫਿਰ ਵੀ ਯਿਸੂ ਨੂੰ ਪਾਣੀ ਦਾ ਬਪਤਿਸਮਾ ਲੈਣ ਤੋਂ ਬਾਅਦ ਪ੍ਰਾਰਥਨਾ ਦੀ ਲੋੜ ਸੀ, ਔਰ ਉੱਥੇ ਪਵਿੱਤਰ ਆਤਮਾ ਦਾ ਅਭਿਸ਼ੇਕ ਦਿਖਾਈ ਦਿੱਤਾ ਕਬੂਤਰ ਦੇ ਰੂਪ ਵਿੱਚ। ਅੱਜ ਵੀ ਪਾਣੀ ਦਾ ਬਪਤਿਸਮਾ ਲੈਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਪਵਿੱਤਰ ਆਤਮਾ ਦੀ ਬਪਤਿਸਮਾ ਦੀ ਲੋੜ ਆ, ਲੂਕਾ 3:16 ਦੇ ਅਨੁਸਾਰ। ਜੇਕਰ ਨਹੀਂ ਤਾਂ ਲਈ ਜੋ ਜਿਹਨੇ ਮਾਰੀ ਬਪਤਿਸਮਾ ਪਾਣੀ ਦੇ, ਕੱਖ ਨਹੀਂ ਹੋਣਾ। ਜੇਕਰ ਤੁਸੀਂ ਅਗਲੀ ਗੱਲ ਪੂਰੀ ਨਹੀਂ ਕੀਤੀ ਤਾਂ ਅਗਲੀ ਗੱਲ ਪੂਰੀ ਕਰਨੀ ਨਹੀਂ, ਉਹਦੇ ਇੱਕ ਨਹੀਂ ਕੰਮ ਬਣ ਜਾਣਾ। ਮੇਰੇ ਭੈਣ ਭਰਾ, ਤੋਬਾ, ਨਿਸ਼ਚਾ, ਇਹ ਦੋ ਗੱਲਾਂ ਜ਼ਰੂਰੀ ਆ ਜ਼ਿੰਦਗੀ 'ਚ। ਜੇ ਨਹੀਂ ਹੈਗੀਆਂ ਤਾਂ ਫਿਰ ਤੁਸੀਂ ਚੱਕਰ 'ਚ ਪੈ ਜਾਓਗੇ। ਹੁਣ ਜਿਹੜੀ ਇਹ ਗੱਲ ਬੜੀ ਸਪਸ਼ਟ ਹੈਗੀ ਆ ਕਿ ਉਲਝਣ 'ਚ ਪਾਤੀ ਗਲਾਤੀਆ ਦੀ ਕਲੀਸਿਆ। ਗਲਾਤੀਆ ਦੀ ਕਲੀਸਿਆ ਤਾਂ ਕਹਿੰਦੇ ਸੁਨਨਤ ਕਰਾਉਣ ਲੱਗੇ ਆ। ਉਹ ਪੌਲਸ ਰੋਂਦਾ ਇਸ ਗੱਲ ਲਈ, ਉਹ ਤੁਹਾਨੂੰ ਕੀ ਹੋ ਗਿਆ, ਮੈਂ ਸੁਨਨਤ ਕਰਾਈ ਸੀਗੀ, ਮੈਨੂੰ ਕੀ ਮਿਲਿਆ ਸੀਗਾ, ਫਿਰ ਮੈਂ ਅੰਨਾ ਹੀ ਸੀਗਾ, ਸੁਨਨਤ ਕਰਾ ਕੇ ਵੀ ਅੰਨਾ ਹੀ ਸੀਗਾ, ਕਰਾਈ ਸੀ, ਮੈਨੂੰ ਕੀ ਮਿਲਿਆ ਸੀਗਾ। ਇਸ ਕਰਕੇ ਉਹ ਕਹਿੰਦਾ ਤੁਹਾਨੂੰ ਕਹਿੰਦਾ ਵਿਸ਼ਵਾਸ ਦੁਆਰਾ ਪਵਿੱਤਰ ਆਤਮਾ ਮਿਲਿਆ ਕਿ ਸੁਨਨਤ ਕਰਾਉਣ ਨਾਲ। ਇਹ ਗੱਲ ਪੁੱਛਦਾ, ਪਰ ਇਹ ਗੱਲ ਬੜੀ ਸਪਸ਼ਟ ਹੈਗੀ ਆ। ਉਹ ਕਹਿੰਦਾ ਤੀਸਰੇ ਅਧਿਆਇ ਵਿੱਚ ਉਹ ਕਹਿੰਦਾ ਹੁਣ ਤੁਸੀਂ ਸਰੀਰ ਦੁਆਰਾ, ਆਤਮਾ ਦੁਆਰਾ ਸ਼ੁਰੂ ਕਰਕੇ ਸਰੀਰ ਤੇ ਸਮਾਪਤ ਕਰਦੇ। ਔਰ ਇਹ ਗੱਲ ਉੱਥੇ ਕਹਿੰਦਾ ਇਨਸਾਨ ਤਾਂ ਕੀ, ਜੇ ਕੋਈ ਦੂਤ ਵੀ ਆ ਕੇ ਨਾ ਉਹ ਕਹੇ ਮੈਂ ਸਵਰਗ ਦੂਤਾਂ ਨੂੰ, ਮੈਂ ਆਸਮਾਨ ਤੋਂ ਆਇਆ ਤੇ ਤੂੰ ਆ ਜਿਹੜੀ ਖੁਸ਼ਖਬਰੀ ਹੈਗੀ ਨਾ ਯਿਸੂ ਮਸੀਹ ਵਾਲੀ,
ਇਹ ਤੋਂ ਐਦਾਂ ਨਹੀਂ ਮੰਨਣਾ, ਐਦਾਂ ਮੰਨਣਾ, ਤੇ ਉਹਨੂੰ ਕਹਿ ਦੋ ਜਾ ਭੱਜ, ਮੈਂ ਨਹੀਂ ਤੈਨੂੰ ਮੰਨਦਾ, ਮੈਂ ਕੇਵਲ ਯਿਸੂ ਮਸੀਹ ਨੂੰ ਮੰਨੂਗਾ, ਮੈਂ ਕੇਵਲ ਖੁਸ਼ਖਬਰੀ ਨੂੰ ਮੰਨੂਗਾ। ਖੁਸ਼ਖਬਰੀ ਬੜੀ ਸਿੰਪਲ ਆ, ਖੁਸ਼ਖਬਰੀ ਬੜੀ ਸਿੰਪਲ ਆ, ਸਿੱਧੀ ਹੈ। ਉੱਤੇ ਚੱਲੋ, ਉੱਤੇ ਚਲਾਓ ਲੋਕਾਂ ਨੂੰ। ਜਦੋਂ ਖੁਸ਼ਖਬਰੀ ਤੇ ਚੱਲੋਗੇ ਔਰ ਚਲਾਓਗੇ, ਤੁਸੀਂ ਅਸੀਸਤ ਹੋ ਜਾਓਗੇ, ਤੁਸੀਂ ਮੁਬਾਰਕ ਹੋ ਜਾਓਗੇ। ਇਸ ਕਰਕੇ ਜਦੋਂ ਅਸੀਂ ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ, ਜਿਹੜਾ ਵਚਨ ਹੈ ਪਹਿਲਾ ਤਿਮੋਥਿਉਸ ਤੀਸਰਾ ਅਧਿਆਇ ਤੀਸਰਾ ਚੌਥਾ ਵਚਨ। ਅੱਜ ਇਸ ਸੰਸਾਰ ਦੇ ਵਿੱਚ ਜਦੋਂ ਅਸੀਂ ਇਸ ਤੋਂ ਪਹਿਲਾਂ ਬਹੁਤ ਕੁਝ ਹੋ ਚੁੱਕਾ ਹੈ, ਜੋ ਹੋ ਚੁੱਕਾ ਹੈ ਉਹਦੇ ਵਿੱਚ ਦੀ ਅਸੀਂ ਗੁਜ਼ਰਦੇ ਹੋਏ, ਕਲੀਸਿਆ ਉਹਦੇ ਵਿੱਚ ਦੀ ਗੁਜ਼ਰਦੀ ਹੋਈ ਇੱਥੇ ਪਹੁੰਚੀ ਹੈ, ਔਰ ਰਸੂਲਾਂ ਦੇ ਜ਼ਮਾਨੇ ਤੋਂ ਇਹ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਪਹਿਲਾ ਤਿਮੋਥਿਉਸ ਪਹਿਲਾ ਅਧਿਆਇ ਤੀਸਰਾ ਚੌਥਾ ਵਚਨ। ਜਿਵੇਂ ਮੈਂ ਮਕਦੂਨੀਆ ਜਾਂਦਿਆਂ ਤੈਨੂੰ ਤਕੀਦ ਕੀਤੀ ਸੀ ਪਈ ਤੂੰ ਅਫਸੋਸ ਵਿੱਚ ਰਹੀ, ਤੇ ਮੈਂ ਹੁਣ ਵੀ ਕਰਦਾ ਹਾਂ ਵੀ ਤੂੰ ਕਈਆਂ ਨੂੰ ਹੁਕਮ ਕਰੀ ਜੋ ਹੋਰ ਤਰ੍ਹਾਂ ਦੀ ਸਿੱਖਿਆ ਨਾ ਦੇਣ। ਹੋਰ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦੇ। ਹੋਰ ਤਰ੍ਹਾਂ ਦੀਆਂ ਮਤਲਬ ਇਹ ਆ ਜਿਹੜੀਆਂ ਮੁਕਤੀ ਨਾਲ ਤਾਲੁਕ ਨਹੀਂ ਰੱਖਦੀਆਂ, ਆਪਣੇ ਗਿਆਨ ਦਾ ਇਜ਼ਾਫਾ ਦੱਸਣ ਡਏ ਆ, ਆਪਣੇ ਗਿਆਨ ਦਾ ਵਾਧਾ ਦੱਸਣ ਡਏ ਆ, ਆਪਣੀ ਭਾਸ਼ਾ ਦੱਸਣ ਡਏ ਕਿ ਮੈਨੂੰ ਅੰਗਰੇਜ਼ੀ ਵੀ ਆਉਂਦੀ ਆ, ਮੈਨੂੰ ਹਿੰਦੀ ਵੀ ਆਉਂਦੀ, ਮੈਨੂੰ ਉਹ ਵੀ ਆਉਂਦੀ। ਠੀਕ ਹੈ, ਧੰਨਵਾਦ, ਸਾਰੀਆਂ ਭਾਸ਼ਾਵਾਂ ਆਉਣੀਆਂ ਚਾਹੀਦੀਆਂ, ਪਰ ਇਹ ਦੇਖ ਲਿਆ ਕਰ ਜਿਹਦੇ ਨਾਲ ਮੋਹਰੇ ਬੈਠਾ ਉਹਦੀ ਭਾਸ਼ਾ 'ਚ ਉਹਨਾਂ ਗੱਲ ਕਰ ਰਿਹਾ ਕਰ ਤਾਂ ਵਧੀਆ ਗੱਲ ਆ, ਉਹਨੂੰ ਫਾਇਦਾ ਹੋ ਜਾਊਗਾ। ਔਰ ਇਹ ਗੱਲਾਂ ਹੋਰ ਤਰ੍ਹਾਂ ਦੀਆਂ ਸਿੱਖਿਆਵਾਂ, ਇਹ ਇਕੱਲੀ ਭਾਸ਼ਾ ਦੀ ਗੱਲ ਨਹੀਂ ਹੈਗੀ, ਗੱਲ ਡਾਕਟਰਿਨ ਦੀ ਆ। ਡਾਕਟਰਿਨ ਨੂੰ ਨਾ ਵਿਗਾੜੋ, ਸਿੱਖਿਆ ਨੂੰ ਨਾ ਵਿਗਾੜੋ। ਯਿਸੂ ਮਸੀਹ ਜਦੋਂ ਜ਼ਮੀਨ ਤੇ ਆਏ ਉਦੋਂ ਖੁਦਾਵੰਦ ਯਹੋਵਾ ਦੇ ਮੰਨਣ ਵਾਲਿਆਂ ਨੇ ਹੀ ਪ੍ਰਭੂ ਦੇ ਮਾਰਗ ਨੂੰ ਵਿਗਾੜਿਆ ਸੀਗਾ, ਔਰ ਆ ਯਿਸੂ ਮਸੀਹ ਦੇ ਮੰਨਣ ਵਾਲੇ ਹੀ ਜਿਹੜੇ ਕਹਿੰਦੇ ਅਸੀਂ ਪ੍ਰਭੂ ਨੂੰ ਮੰਨਦੇ ਆ, ਉਹੀ ਮਾਰਗ ਨੂੰ ਵਿਗਾੜ ਰਹੇ, ਠੋਕਰਾਂ ਖਿਲਾ ਰਹੇ ਆ। ਬੇਨਤੀ ਆ, ਹੋਰ ਤਰ੍ਹਾਂ ਦੀ ਸਿੱਖਿਆ ਨਾ ਦਿਓ, ਔਰ ਕਹਾਣੀਆਂ ਤੇ ਬੇਓੜ ਕੁਲ ਪੁੱਤਰੀਆਂ ਉੱਤੇ ਚਿੱਤ ਨਾ ਲਾਓ, ਜਿਹੜੀਆਂ ਪਰਮੇਸ਼ਰ ਦੇ ਉਸ ਪ੍ਰਬੰਧ ਨੂੰ ਨਹੀਂ, ਜਿਹੜਾ ਨਿਹਚਾ ਉੱਤੇ ਬਣਿਆ ਹੋਇਆ ਹੈ, ਪਰ ਸਵਾਲਾਂ ਨੂੰ ਤਰੱਕੀ ਦਿੰਦੀਆਂ ਹਨ। ਇਹ ਜਿਹੜੀ ਗੱਲ ਬੜੀ ਸਪਸ਼ਟ ਹੈ ਕਿ ਬੇਓੜ ਕੁਲ ਪੁੱਤਰੀਆਂ ਔਰ ਕਹਾਣੀਆਂ ਹੀ ਨਾ ਸੁਣਾਈ ਜਾਓ। ਜਿਹੜੀ ਇਹ ਗੱਲ ਹੈ, ਇਸ ਗੱਲ ਨੂੰ ਸਮਝ ਜਾਓ ਕਿ ਜਿਹੜਾ ਪਰਮੇਸ਼ਵਰ ਦਾ ਪ੍ਰਬੰਧ ਹੈ ਉਹ ਕਿਹੜਾ ਹੈ, ਉਹ ਨਿਹਚਾ ਉੱਤੇ ਬਣਿਆ ਹੋਇਆ ਹੈ। ਪਰਮੇਸ਼ਰ ਦਾ ਪ੍ਰਬੰਧ, ਜੋ ਪਰਮੇਸ਼ਰ ਦਾ ਪ੍ਰਬੰਧ ਹੈ, ਮੁਕਤੀ ਦਾ ਪ੍ਰਬੰਧ, ਉਹ ਵਿਸ਼ਵਾਸ ਦੇ ਉੱਤੇ ਬਣਿਆ ਹੋਇਆ ਹੈ। ਵਿਸ਼ਵਾਸ ਤੇ ਕਲੀਸਿਆ ਨੂੰ ਬਣ ਲੈਣ ਦਿਓ, ਯਿਸੂ ਮਸੀਹ ਤੇ ਬਣ ਲੈਣ ਦਿਓ, ਵਿਗਾੜੋ ਨਾ, ਸਵਾਲਾਂ ਨੂੰ ਤਰੱਕੀ ਨਾ ਦਿਓ, ਕਿਉਂਕਿ ਪਵਿੱਤਰ ਆਤਮਾ ਜਵਾਬ ਦਾ ਆਤਮਾ ਆ, ਉਹਨੂੰ ਜਵਾਬ ਦਾ ਆਤਮਾ ਬਣਿਆ ਰਹਿਣ ਦਿਓ। ਪਰ ਆਗਿਆ ਦਾ ਤਾਤਪਰ ਜੋ ਪ੍ਰੇਮ ਹੈ, ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤःਕਰਨ ਤੇ ਨਿਸ਼ਚਿਤ ਹੁੰਦਾ ਹੈ। ਆਗਿਆ ਦਾ ਮਤਲਬ ਕੀ ਹੈ? ਉਹ ਪ੍ਰੇਮ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤःਕਰਨ ਅਤੇ ਨਿਸ਼ਕਪਟ ਨਿਸ਼ਚਾ ਤੋਂ ਹੁੰਦਾ ਹੈ। ਆਗਿਆ ਕੀ ਹੈ? ਆਗਿਆ ਦੀ ਪਰਿਭਾਸ਼ਾ ਇੱਥੇ ਪਰਮੇਸ਼ਰ ਦਾ ਬੰਦਾ ਕਰਦਾ ਹੈ, ਕਹਿੰਦਾ ਸ਼ੁੱਧ ਮਨ ਹੋਣਾ, ਬਿਲਕੁਲ ਆਪਣਾ ਅੰਤःਕਰਨ ਸਾਫ਼ ਰੱਖਣਾ, ਕੋਈ ਕਿਸੇ ਪ੍ਰਕਾਰ ਦੀ ਲਾਗ ਡਾਟ ਨਹੀਂ। ਆਪਣੇ ਅਨੁਸਾਰ ਨਾ ਪ੍ਰਚਾਰ ਕਰੋ ਕਿ ਜੇ ਮੈਨੂੰ ਪੈਸਿਆਂ ਦੀ ਲੋੜ ਤਾਂ ਮੈਂ 10ਵੇਂ ਦਾ ਪ੍ਰਚਾਰ ਕਰੀ ਜਾਂਦਾ, ਪਹਿਲੇ ਫਲ ਦਾ ਪ੍ਰਚਾਰ ਕਰੀ ਜਾਂਦਾ, ਭੇਡਾਂ ਦਾ ਪ੍ਰਚਾਰ ਕਰੀ ਜਾਂਦਾ। ਏਦਾਂ ਨਾ ਕਰੋ, ਜੋ ਬਾਈਬਲ ਕਹਿੰਦੀ ਉਹ ਪ੍ਰਚਾਰ ਕਰੋ, ਆਪਣੀਆਂ ਲੋੜਾਂ ਅਨੁਸਾਰ ਪ੍ਰਚਾਰ ਨਾ ਕਰੋ। ਯਿਸੂ ਮਸੀਹ ਦੇ ਖੁਦਾਵੰਦ ਦੇ ਰੂਹ ਦੇ ਨਾਲ ਪ੍ਰਚਾਰ ਕਰੋ, ਜੋ ਰੂਹ ਕਹਿੰਦਾ ਜੋ ਸਾਰਿਆਂ ਦੀ ਲੋੜ ਪੂਰੀ ਹੋਣੀ ਚਾਹੀਦੀ ਉਹ ਪ੍ਰਚਾਰ ਕਰੋ। ਤੁਸੀਂ ਠੀਕ ਪ੍ਰਚਾਰ ਕਰੋ, ਤੁਹਾਡਾ ਪ੍ਰਭੂ ਕਹਿੰਦਾ ਬਰਕਤ ਤੁਹਾਨੂੰ ਪਿੱਛੇ ਪੈ ਕੇ ਤੁਹਾਨੂੰ ਮਿਲੂਗੀ। ਉਹ ਕਹਿੰਦਾ ਗਾਉਂਦਾ ਜੇ ਬਲ ਦਿਆ ਦੇ ਮੂੰਹ ਨੂੰ ਸ਼ਿਕਲੀ ਨਾ ਚਾੜੀ, ਜੇ ਤੁਸੀਂ ਮਿਹਨਤ ਕਰਦੇ ਤੁਹਾਨੂੰ ਪ੍ਰਭੂ ਫਲ ਦਊਗਾ, ਇਸ ਗੱਲ ਦਾ ਵਿਸ਼ਵਾਸ ਕਰੋ। ਭੁੱਖੇ ਨਹੀਂ ਮਰੋਗੇ, ਤੁਹਾਡਾ ਪਰਮੇਸ਼ਰ ਅਸੀਸਿਤ ਕਰੂਗਾ ਤੁਹਾਨੂੰ। ਔਰ ਇਹ ਜਿਹੜੀ ਗੱਲ ਬੜੀ ਸਪਸ਼ਟ ਰੂਪ ਵਿੱਚ ਏਦਾਂ ਹੀ ਆ ਕਿ ਨਿਸ਼ਕਪਟ ਨਿਸ਼ਚਾ, ਆਪਣੀ ਨਿਸ਼ਚਾ ਨੂੰ ਕਪਟ ਵਾਲੀ ਨਾ ਬਣਾਓ, ਛਲ ਵਾਲੀ ਨਾ ਬਣਾਓ, ਬਿਲਕੁਲ ਕਲੀਅਰ ਬੋਲੋ ਜੋ ਬੋਲਣਾ, ਤੁਹਾਡਾ ਪਰਮੇਸ਼ਰ ਤੁਹਾਡੇ ਨਾਲ ਆ। ਔਰ ਕਨਫਰਮੇਸ਼ਨ ਤੇ ਚਲੋ, ਜੋ ਤੁਸੀਂ ਕਨਫਰਮੇਸ਼ਨ ਤੇ ਚੱਲੋਗੇ, ਕਲੀਅਰ ਬੋਲੋਗੇ, ਤੁਹਾਡਾ ਪਰਮੇਸ਼ਰ ਤੁਹਾਨੂੰ ਜ਼ਰੂਰ ਅਸੀਸਿਤ ਕਰੂਗਾ। ਇਸ ਲਈ ਖੁਸ਼ਖਬਰੀ ਸਿੰਪਲ ਹੈ, ਜਿਹੜੀ ਤਾਂ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ, ਬੜੀ ਸਿੱਧੀ ਸਰਲ ਖੁਸ਼ਖਬਰੀ ਹੈ, ਸਾਦੀ ਖੁਸ਼ਖਬਰੀ ਹੈ, ਸਾਦੀ ਖੁਸ਼ਖਬਰੀ ਹੈ, ਸਾਦੀ ਖੁਸ਼ਖਬਰੀ ਹੈ। ਜਦੋਂ ਸਾਦੀ ਖੁਸ਼ਖਬਰੀ ਹੈ, ਤੁਸੀਂ 2 ਮਿੰਟ 3 ਮਿੰਟ 4 ਮਿੰਟ 5 ਮਿੰਟ ਸੁਣਾ ਸਕਦੇ ਆ, ਖੁਸ਼ਖਬਰੀ ਸੁਣਾ ਸਕਦੇ ਹੋ। ਜਦੋਂ ਤੁਸੀਂ ਖੁਸ਼ਖਬਰੀ ਸੁਣਾ ਦੋਗੇ, ਉਹਦੇ ਅੰਦਰੋਂ ਗੱਲ ਚਲੀ ਜਾਊਗੀ, ਉਹਦੇ ਅੰਦਰ ਗੱਲ ਚਲ ਜਾਊਗੀ। ਇੱਕ ਸਮੇਂ ਦੀ ਵਾਕਿਆ ਹੈ, ਇੱਕ ਚਰਚ ਵਿੱਚ ਸੇਵਾ ਕਰ ਰਹੇ ਸੀ, ਸੜਕ ਤੇ ਜਾ ਰਹੇ ਸੀ, ਖਾਣਾ ਖਾਣ ਤੋਂ ਬਾਅਦ ਇੱਕ ਭਾਈ ਆਇਆ, ਉਹ ਕਹਿੰਦਾ ਮੇਰੇ ਕੋਲ 5 ਮਿੰਟ ਆ, 5 ਮਿੰਟ 'ਚ ਤੁਸੀਂ ਮੈਨੂੰ ਬਾਈਬਲ ਸੁਣਾ ਦੋਗੇ? ਉਹਨੂੰ ਕਿਹਾ ਹਾਂਜੀ ਸੁਣਾ ਦਾਂਗੇ। ਉਹਨੂੰ ਦੱਸਿਆ ਪਰਮੇਸ਼ਰ ਨੇ ਪਹਿਲਾਂ ਆਦਮੀ ਬਣਾਇਆ, ਔਰਤ ਬਣਾਈ, ਔਰ ਪਰਮੇਸ਼ਰ ਵਰਗੇ ਸੀ, ਪਰ ਉਹਨੇ ਪਾਪ ਕੀਤਾ। ਜਦੋਂ ਉਹਨੇ ਪਾਪ ਕੀਤਾ, ਉਹ ਪਾਪ ਦੇ ਕਾਰਨ ਉਹ ਪਰਮੇਸ਼ਰ ਤੋਂ ਵਿਛੜ ਗਿਆ, ਉਹਨੂੰ ਤੇ ਮੌਤ ਆ ਗਈ। ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ 'ਚ ਪਾਪ ਚਲਾ ਗਿਆ, ਉਹ ਪਾਪ ਸਾਰੀ ਦੁਨੀਆ 'ਚ ਫੈਲ ਗਿਆ,
ਔਰ ਉਹ ਪਾਪ ਦਾ ਰਿਜ਼ਲਟ ਉਹਦੇ ਸਾਰੇ ਬੱਚਿਆਂ ਨੇ, ਸਾਰੀ ਜਨਰੇਸ਼ਨ ਨੇ, ਮਾਨਵ ਜਾਤੀ ਨੇ ਭੋਗਿਆ, ਔਰ ਅਸੀਂ ਸਾਰੇ ਉਹਦੀ ਸੰਤਾਨ ਵਿੱਚੋਂ ਆ, ਸਾਡੇ ਉੱਤੇ ਵੀ ਉਹ ਰਿਜ਼ਲਟ ਆਇਆ ਹੋਇਆ। ਔਰ ਇੱਕ ਦੂਸਰਾ ਆਦਮੀ ਪ੍ਰਭੂ ਯੀਸ਼ੂ ਮਸੀਹ ਨਾਸਰੀ, ਜਿਹੜਾ ਦੇਹਧਾਰੀ ਸ਼ਬਦ ਆ, ਜਿਹਦੇ 'ਚ ਕੋਈ ਪਾਪ ਨਹੀਂ ਸੀ, ਜਿਹਦੇ 'ਚ ਕੋਈ ਛਲ ਨਹੀਂ ਸੀ, ਜਿਹਦੇ 'ਚ ਕੋਈ ਕਪਟ ਨਹੀਂ ਸੀ, ਜਿਹਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਬੱਜ ਲੱਭਾ ਹੀ ਨਹੀਂ ਸਾਰਿਆਂ ਨੂੰ, ਉਹ ਪੂਰਾ ਸ਼ੁੱਧ ਔਰ ਸਹੀ ਪਾਇਆ ਗਿਆ। ਉਹ ਦੁਨੀਆ ਲਈ ਮਰਿਆ, ਜਦੋਂ ਦੁਨੀਆ ਲਈ ਜਾਨ ਦਿੱਤੀ, ਦੁਨੀਆ ਲਈ ਕੁਰਬਾਨੀ ਦਿੱਤੀ। ਉਹ ਜਦੋਂ ਦੁਨੀਆ ਲਈ ਮਰ ਗਿਆ ਔਰ ਉਹ ਦੁਨੀਆ ਲਈ ਜ਼ਿੰਦਾ ਬਲੀ ਹੋ ਗਿਆ, ਕੁਰਬਾਨੀ ਹੋ ਗਿਆ। ਜਦੋਂ ਕੁਰਬਾਨੀ ਹੋ ਗਿਆ, ਮੁਰਦਿਆਂ ਚੋਂ ਤੀਆ ਦਿਨ ਬਾਹਰ ਆ ਗਿਆ, ਔਰ ਅੱਜ ਵੀ ਜ਼ਿੰਦਾ ਆ। ਅੱਜ ਜਿਹੜਾ ਉੱਤੇ ਵਿਸ਼ਵਾਸ ਕਰੇਗਾ ਕਿ ਮੇਰੇ ਪਾਪਾਂ ਦੇ ਦਾਂ ਤੇ ਬਲੀਦਾਨ ਕੀਤਾ ਗਿਆ ਆ, ਯੀਸ਼ੂ ਦੇ ਨਾਮ ਵਿੱਚ ਬਚਾਇਆ ਜਾਵੇਗਾ। ਔਰ ਜਦੋਂ ਬਚਾਇਆ ਜਾਵੇਗਾ, ਉਹ ਪਰਮੇਸ਼ਰ ਦੇ ਉद्धार ਨੂੰ ਦੇਖੂਗਾ। ਕਹਿੰਦਾ ਜੀ ਧੰਨਵਾਦ, ਚੱਲਦੇ ਓਕੇ ਚਲੋ। ਇੰਨੀ ਗੱਲ 'ਚ ਵੀ ਖੁਸ਼ਖਬਰੀ ਹੈ। ਔਰ ਇਹ ਸੁਣਨ ਦੇ ਨਾਲ ਇੱਕ ਵਿਅਕਤੀ ਉद्धार ਪਾ ਸਕਦਾ ਹੈ, ਉद्धार ਪਾ ਸਕਦਾ ਹੈ, ਚਾਹੇ ਉਹਨੂੰ ਸਾਰੀ ਬਾਈਬਲ ਆਵੇ ਚਾਹੇ ਨਾ ਆਵੇ। ਇਸ ਲਈ ਖੁਸ਼ਖਬਰੀ ਨੂੰ ਸਿੰਪਲ ਰਹਿਣ ਦਿਓ, ਇੰਨਾ ਨਾ ਵਿਗਾੜ ਦਿਓ, ਇੰਨੇ ਨਾ ਉਲਝਣ 'ਚ ਪਾ ਦਿਓ ਕਿ ਅਨਪੜ੍ਹ ਬੰਦੇ ਦਾ ਕਹੇ ਤਾਂ ਮੇਰੇ ਤਾਂ ਬਸੋਂ ਬਾਹਰ ਦੀ ਗੱਲ, ਭਾਜੀ ਮੇਰੀ ਨਹੀਂ ਸਮਝ ਆਉਣੀ, ਮੈਨੂੰ ਨਹੀਂ ਪਤਾ ਤੁਸੀਂ ਕੀ ਕਹਿੰਦੇ। ਉਹ ਕੀ ਕਰੂਗਾ? ਕਿੰਨੇ ਲਿਜਾਉਂਗੇ ਸਵਾਰੇ? ਤਾਂ ਪੜ੍ਹੇ ਲਿਖੇ ਜਾਣਗੇ, ਅਨਪੜ੍ਹ ਰਹਿ ਜਾਣਗੇ ਸਾਰੇ। ਯੀਸ਼ੂ ਤਾਂ ਕਹਿੰਦਾ ਅਮੀਰ ਰਹਿ ਜਾਣੇ, ਗਰੀਬ ਜਾਣੇ, ਤੁਸੀਂ ਮੈਨੂੰ ਤਾਂ ਸਾਰੇ ਅਨਪੜ੍ਹ ਰਹਿਣ ਦੇਣੇ। ਬੇਨਤੀ ਆ ਪਲੀਜ਼ ਸਮਝ ਜਾਓ। ਅੱਜ ਆਪਾਂ ਇੱਕ ਜ਼ਿੰਮੇਵਾਰ ਵਿਅਕਤੀ ਹਾਂ ਜ਼ਮੀਨ ਦੇ ਉੱਤੇ। ਪ੍ਰਭੂ ਦੇ ਨਿਸ਼ਕਪਟ ਪ੍ਰੇਮ ਨਾਲ ਭਰ ਕੇ ਚੱਲੀਏ, ਪ੍ਰਭੂ ਦੇ ਨਿਸ਼ਕਪਟ ਪ੍ਰੇਮ ਨਾਲ ਭਰ ਕੇ ਚੱਲੀਏ। ਔਰ ਇਨਸਾਨ ਚਾਹੇ ਕੋਈ ਵੀ ਹੋਵੇ, ਚਾਹੇ ਮੈਂ ਹੋਵਾਂ ਚਾਹੇ ਕੋਈ ਹੋਰ ਹੋਵੇ, ਵਿਸ਼ਵਾਸ ਨਾ ਕਰੋ। ਜੇਕਰ ਉਹ ਗੱਲ ਬੋਲਦਾ ਬਾਈਬਲ ਨਾਲ ਮਿਲਦੀ ਆ ਤਾਂ ਠੀਕ ਆ, ਨਹੀਂ ਮਿਲਦੀ ਤਾਂ ਉਹਨੂੰ ਧੰਨਵਾਦ ਕਰਕੇ ਕਹਿ ਦਿਓ ਤੇ ਸਾਡੀ ਜਾਨ ਛੱਡੋ, ਚਾਹੇ ਕੋਈ ਵੀ ਹੋਵੇ। ਔਰ ਅਗਲੀ ਗੱਲ ਇਹ ਹੈਗੀ ਆ, ਜਦੋਂ ਤੁਹਾਨੂੰ ਕਹਿੰਦੇ ਮੈਂ ਤੁਹਾਨੂੰ ਭੇਤ ਦੱਸਦਾ, ਕਹਿੰਦਾ ਮੈਂ ਤੁਹਾਨੂੰ ਨਾ ਇੱਕ ਭੇਤ ਦੱਸਦਾ, ਤੁਸੀਂ ਹੈਰਾਨ ਕਦੋਂ ਹੁੰਦੇ ਆ, ਪਰੇਸ਼ਾਨ ਕਦੋਂ ਹੁੰਦੇ ਆ, ਘਬਰਾਉਂਦੇ ਕਦੋਂ ਆ? ਤੂੰ ਕਹਿੰਦਾ ਮੈਂ ਤੁਹਾਨੂੰ ਭੇਤ ਦੱਸਦਾ, ਤੁਹਾਨੂੰ ਇੱਕ ਇੱਦਾਂ ਦੀ ਗੱਲ ਦੱਸਦਾ ਜਿਹੜੀ ਤੁਸੀਂ ਕਦੀ ਸੁਣੀ ਨਹੀਂ ਹੁੰਦੀ। ਤੁਸੀਂ ਕਹਿੰਦੇ ਲੈ ਸਾਰੀ ਗੱਲ ਇਹਨੂੰ ਪਤਾ, ਮੇਰੇ ਪਾਦਰੀ ਨੂੰ ਤਾਂ ਕੱਖ ਨਹੀਂ ਪਤਾ। ਗੱਲ ਸੁਣੋ, ਆਦਮ ਅਤੇ ਹਵਾ ਦਾ ਪਾਦਰੀ ਪਰਮੇਸ਼ਵਰ ਸੀਗਾ, ਆਦਮ ਅਤੇ ਹਵਾ ਦਾ ਸਿਕਸ਼ਕ ਪਰਮੇਸ਼ਵਰ ਸੀਗਾ, ਪਰਮੇਸ਼ਵਰ ਸਿਖਾ ਰਿਹਾ ਸੀ ਉਹਨਾਂ ਨੂੰ। ਔਰ ਇਹ ਗੱਲ ਸੁਣ ਲਓ, ਵਿਗੜ ਗਏ। ਕਿੱਦਾਂ ਵਿਗੜੇ? ਇੱਕ ਝੂਠੀ ਗੱਲ ਆ ਕੇ ਸ਼ੈਤਾਨ ਨੇ ਉਹਨਾਂ ਨੂੰ ਦੱਸ ਦਿੱਤੀ, ਜਿਹੜੀ ਸੱਚੀ ਨਹੀਂ ਸੀ, ਝੂਠੀ ਸੀ। ਝੂਠ ਕੀ ਸੀਗਾ? ਜੋ ਤੁਸੀਂ ਫਲ ਖਾਓਗੇ ਤੁਸੀਂ ਪਰਮੇਸ਼ਰ ਵਰਗੇ ਬਣ ਜਾਓਗੇ। ਝੂਠ ਸੀ। ਹੁਣ ਜਦੋਂ ਝੂਠ ਦੱਸਿਆ, ਫਿਰ ਝੂਠ ਥੋੜੀ ਰੱਬ ਦੀ ਗੱਲ ਨਾਲ ਮਿਲਣਾ। ਝੂਠ ਸੱਚ ਨਾਲ ਕਿੱਦਾਂ ਮਿਲੂਗਾ? ਝੂਠ ਤੁਹਾਡੇ ਲਈ ਨਵਾਂ ਹੋਣਾ ਔਰ ਮਸਾਲੇਦਾਰ ਬੜਾ ਹੋਣਾ, ਲੱਜਤਦਾਰ ਬੜਾ ਹੋਣਾ, ਤੁਹਾਨੂੰ ਟੇਸਟ ਬੜਾ ਹੋਣਾ। ਜਿਹਦਾ ਵਜਨ ਲਿਖਿਆ ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸਵਾਦ ਦੀਆਂ ਬੁਰਕੀਆਂ ਵਾਂਗੂ ਜਾਂਦੀਆਂ ਅੰਦਰ। ਸਵਾਦ ਬੜਾ ਆਉਣ ਤੁਹਾਨੂੰ ਝੂਠ ਸੁਣਨ 'ਚ। ਜਦੋਂ ਸੁਣਨਾ ਝੂਠ, ਝੂਠ ਤੁਹਾਡੇ ਅੰਦਰ ਜਾ ਵੜਨਾ। ਜਦੋਂ ਝੂਠ ਤੁਹਾਡੇ ਅੰਦਰ ਜਾ ਵੜਨਾ ਆ, ਉਸ ਝੂਠ ਨੇ ਤੁਹਾਨੂੰ ਮਾਰਨਾ ਆ। ਜਿੱਦਾਂ ਹਵਾ ਨੂੰ ਮਾਰਿਆ, ਆਦਮ ਨੂੰ ਮਾਰਿਆ, ਮਾਨਵ ਜਾਤੀ ਨੂੰ ਮਾਰਿਆ, ਅੱਜ ਕਲੀਸਿਆ ਨੂੰ ਮਾਰ ਰਿਹਾ ਆ ਮੇਰੇ ਭੈਣ ਭਰਾ। ਝੂਠ, ਝੂਠੇ ਭੇਤ, ਝੂਠੀਆਂ ਸਿੱਖਿਆਵਾਂ ਮਾਰ ਰਹੀਆਂ। ਜੇ ਕੋਈ ਕਹੇ ਮੈਂ ਤੁਹਾਨੂੰ ਭੇਤ ਦੱਸਦਾ, ਉਹਨੂੰ ਕਹੋ ਪੌਲਸ ਅਸਮਾਨ ਦੇਖ ਕੇ ਆਇਆ, ਤੀਸਰੇ ਅਸਮਾਨ ਤੇ ਜਾ ਕੇ ਆਇਆ। ਉਹ ਕਹਿੰਦਾ ਇਹ ਗੱਲਾਂ ਉਹ ਗੱਲਾਂ ਮਨੁੱਖਾਂ ਨੂੰ ਦੱਸਣੀਆਂ ਯੋਗ ਨਹੀਂ ਹੈਗੀਆਂ। ਏਦਾਂ ਦੀਆਂ ਗੱਲਾਂ ਕਹਿੰਦਾ ਉਹ ਸਮਝ ਹੀ ਨਹੀਂ ਆਉਣੀਆਂ ਬੰਦੇ ਨੂੰ, ਸਮਝਾ ਹੀ ਨਹੀਂ ਹੋਣਾ। ਸਾਧੂ ਸੁੰਦਰ ਸਿੰਘ ਨੇ ਸਾਰੀ ਉਸ ਸਿਸਟਮ ਨੂੰ ਦੇਖਿਆ। ਉਹਨੇ ਕਿਹਾ, ਕਹਿੰਦਾ ਜਿਹੜਾ ਰੱਬ ਆ, ਜੇ ਮੈਨੂੰ ਇੱਕ ਕਸ਼ਣ ਦਿਖਾ ਦੇਵੇ ਨਾ ਉਹ ਚੀਜ਼, ਕਹਿੰਦਾ ਮੈਂ ਉਹਨੂੰ ਘੰਟਿਆਂ ਬੱਧੀ ਵੀ ਸ਼ਬਦ ਲੱਭ ਕੇ ਵਰਣਨ ਨਹੀਂ ਕਰ ਸਕਦਾ। ਕੀ ਵਰਣਨ ਕਰਨ ਤੇ ਆ ਗਏ? ਇਸ ਲਈ ਬੇਨਤੀ ਆ ਸਰਲ ਰਹਿਣ ਦਿਓ ਪਰਮੇਸ਼ਰ ਦੀ ਖੁਸ਼ਖਬਰੀ ਨੂੰ। ਸਰਲ ਰਹਿਣ, ਜਿੰਨਾ ਸਰਲ ਰਹਿਣ ਦਊਂਗੇ ਉਨੀ ਕਲੀਸਿਆ ਬਣੂਗੀ, ਅੱਗੇ ਵਧੂਗੀ ਔਰ ਯੀਸ਼ੂ ਮਸੀਹ ਦੇ ਨਾਮ ਵਿੱਚ ਪਰਮ ਧਾਮ ਵਿੱਚ ਜਾਊਗੀ। ਇਸ ਲਈ ਇਸ ਗੱਲ ਨੂੰ ਸਮਝ ਜਾਓ, ਇਨਸਾਨਾਂ ਤੇ ਭਰੋਸਾ ਇਸ ਲੈਵਲ ਤੇ ਨਹੀਂ ਰੱਖਣਾ ਹੈਗਾ ਕਿ ਜੋ ਬੰਦਾ ਕਹਿੰਦਾ ਉਹ ਮੰਨੀ ਜਾਓ। ਨਹੀਂ, ਚਾਹੇ ਕੋਈ ਹੋਵੇ। ਠੀਕ ਪਰਮੇਸ਼ਰ ਦੇ ਵਚਨ ਨਾਲ ਜੋੜ ਕੇ ਦੇਖੋ, ਅਗਰ ਠੀਕ ਹੈ ਤਾਂ ਠੀਕ ਹੈ, ਨਹੀਂ ਤਾਂ ਨਹੀਂ। ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਸ਼ਰੀਅਤ ਨੂੰ ਘਰ ਨਾ ਉਤਾਰਿਓ। ਔਰ ਹੁਣ ਜਿਹੜੀ ਇਹ ਗੱਲ ਜਿਹੜੀ ਹੈ ਬੜੀ ਸਪਸ਼ਟ ਰੂਪ ਵਿੱਚ ਇਦਾਂ ਹੈ ਕਿ ਜੇ ਆਪਣੇ ਆਪ ਨੂੰ ਉੱਚੇ ਕਰਨ ਦੇ ਵਿੱਚ ਬਹੁਤ ਕੋਈ ਉੱਚੇ ਕਰਨ ਦੇ ਲਈ ਬੜਾ ਗਿਆਨ ਸਾਬਤ ਕੀਤਾ ਜਾ ਰਿਹਾ, ਪਰ ਨਹੀਂ। ਪ੍ਰਭੂ ਦੇ ਅੱਗੇ ਹਲੀਮੇ ਬਣ ਜਾਓ, ਤੁਹਾਡਾ ਪਰਮੇਸ਼ਰ ਤੁਹਾਨੂੰ ਬਚਾ ਲਊਗਾ। ਔਰ ਅੱਜ ਜਦੋਂ ਆਪਾਂ ਪੜ੍ਹਦੇ ਹਾਂ ਪਹਿਲਾ ਕੁਰਿੰਥੀਆਂ 13 ਅਧਿਆਇ, ਜਿਹੜਾ ਪਹਿਲਾ ਕੁਰਿੰਥੀਆਂ 13 ਅਧਿਆਇ, ਉਹਦੇ ਵਿੱਚ ਬੜੀਆਂ ਗੱਲਾਂ ਲਿਖੀਆਂ ਗਈਆਂ। ਉਹਦੇ ਵਿੱਚ ਪਹਿਲੇ ਵਚਨ ਤੋਂ ਲਿਖਿਆ ਗਿਆ ਬੋਲੀਆਂ, ਗੈਰ ਜ਼ੁਬਾਨਾਂ ਲਿਖੀਆਂ ਗਈਆਂ। ਉਹਦੇ ਵਿੱਚ ਅਗੰਮ ਬਾਗ ਲਿਖਿਆ ਗਿਆ। ਉਹਦੇ ਵਿੱਚ ਭੇਤ ਲਿਖੇ ਗਏ, ਭੇਤ, ਸਾਰਾ ਗਿਆਨ, ਪੂਰੀ ਨਿਲਚਾ,
ਉਹ ਸਾਰਾ ਮਾਲ ਖਾਣ ਲਈ ਪੁੰਨ ਕਰ ਦਿਆਂ, ਕਹਿੰਦਾ ਆਪਣਾ ਸਰੀਰ ਸੜਨ ਲਈ ਦੇ ਦੇਵਾਂ, ਜੇ ਪ੍ਰੇਮ ਨਾ ਰੱਖਾਂ ਤਾਂ ਕੁਛ ਵੀ ਨਹੀਂ ਕਹਿੰਦਾ। ਇਹ ਬੜੀ ਡਿਫਰੈਂਟ ਗੱਲ ਹੋ ਗਈ। ਦੇਖੋ ਗਿਆਨ ਹੋਣੀ ਚਾਹੀਦੀ ਹੈ, ਵਰਦਾਨ ਹੋਣੇ ਚਾਹੀਦੇ, ਵਧੀਆ ਗੱਲ ਆ, ਅਗੰਬਾਗ ਹੋਣੇ ਚਾਹੀਦੇ, ਵਧੀਆ ਗੱਲ ਆ, ਭੇਤ ਹੋਣੇ ਚਾਹੀਦੇ ਸਾਰੇ, ਵਧੀਆ ਗੱਲ ਆ, ਜਿਹੜਾ ਪੂਰਾ ਗਿਆਨ ਸਮਝ ਆਉਣਾ ਚਾਹੀਦਾ, ਵਧੀਆ ਗੱਲ ਆ, ਪੂਰੀ ਨਿਹਚਾ ਹੋਣੀ ਚਾਹੀਦੀ, ਵਧੀਆ ਗੱਲ ਆ ਸਾਰਾ ਮਾਲ ਖਾਣ ਲਈ ਪੁੰਨ ਕਰਨਾ ਚਾਹੀਦਾ, ਵਧੀਆ ਗੱਲ ਆ, ਆਪਣਾ ਸਰੀਰ ਵੀ ਦੂਜਿਆਂ ਨੂੰ ਦੇ ਦੇਣਾ ਚਾਹੀਦਾ, ਵਧੀਆ ਗੱਲ ਆ। ਪਰ ਪ੍ਰਭੂ ਦਾ ਵਚਨ ਕਹਿੰਦਾ, ਪ੍ਰਭੂ ਦਾ ਬੰਦਾ ਕਹਿੰਦਾ, ਜੇ ਸਾਰਾ ਕੁਝ ਵੀ ਤੁਸੀਂ ਕਰ ਦੋ, ਜੇ ਪ੍ਰੇਮ ਨਾ ਰੱਖੋ ਤੇ ਕੱਖ ਬਣੀਗੇ। ਇਹਦਾ ਮਤਲਬ ਸਾਰਾ ਕੁਝ ਪ੍ਰੇਮ ਤੋਂ ਬਿਨਾਂ ਵੀ ਹੋ ਜਾਂਦਾ। ਕਿਉਂ ਕਹਿੰਦਾ ਕੱਖ ਬਣੀ? ਕਿਉਂ ਕਹਿੰਦਾ ਕੱਖ ਬਣੀ? ਕਿਉਂਕਿ ਸਾਰਾ ਕੁਝ ਪ੍ਰੇਮ ਤੋਂ ਬਿਨਾਂ ਹੁੰਦਾ, ਪਰ ਪ੍ਰੇਮ ਤੋਂ ਬਿਨਾਂ ਪਰਮੇਸ਼ਵਰ ਨਹੀਂ ਮਿਲਣਾ, ਕਿਉਂਕਿ ਪਰਮੇਸ਼ਵਰ ਪ੍ਰੇਮ ਹੈ, ਉਹ ਤੋਂ ਬਿਨਾਂ ਪਰਮੇਸ਼ਵਰ ਨਹੀਂ ਮਿਲਣਾ। ਅਗਰ ਤੁਸੀਂ ਇੰਨਾ ਸਰਲ ਕਰ ਦੋਗੇ, ਇਸ ਗੱਲ ਨੂੰ ਸਰਲਤਾ ਨਾਲ ਸਮਝਾ ਦੋਗੇ, ਸਮਝ ਜਾਓਗੇ, ਤਾਂ ਠੀਕ ਬੰਦਾ ਪਰਮੇਸ਼ਵਰ ਨਾਲ ਪ੍ਰੇਮ ਕਰਕੇ ਪਰਮੇਸ਼ਵਰ ਵਿੱਚ ਵੜਦਾ ਜਾਊਗਾ। ਇਸ ਲਈ ਪਰਮੇਸ਼ਵਰ ਦਾ ਵਚਨ ਕਹਿੰਦਾ, ਰਾਹੀ ਭਾਵੇਂ ਮੂਰਖ ਹੋਣ ਪਰ ਕੁਰਾਹੇ ਨਹੀਂ ਪੈਣਗੇ। ਕਿਉਂ ਨਹੀਂ ਪੈਣਗੇ? ਕਿਉਂਕਿ ਰਾਹ ਯਿਸੂ ਉਹਨਾਂ ਦਾ ਸੰਚਾਲਕ ਆ, ਪਵਿੱਤਰ ਆਤਮਾ ਦਾ ਸੰਚਾਲਕ ਆ, ਉਹ ਅੰਦਰ ਬੈਠ ਕੇ ਉਹ ਦੇਖਵਾਈ ਕਰਦਾ, ਕਿਦਾਂ ਕੁਰਾਹੇ ਪੈ ਜੂਗੇ। ਪਰ ਸਾਡੇ ਵਰਗੇ ਆ ਚਟੇ ਕੱਪੜਿਆਂ ਵਾਲੇ ਐ ਉਹਨੂੰ ਬੂਟ ਸ਼ੂਟ ਪਾ ਕੇ ਕਹਿੰਦੇ, ਹਾਂ ਆਈ ਐਮ ਦਾ ਐਂਬੈਸਡਰ ਆਫ ਗॉड। ਇਹ ਨਾ ਕਿਤੇ ਉਲਝਾ ਦੇਣ। ਸ਼ੈਤਾਨ ਚ ਮਜਾਲ ਨਹੀਂ ਹੈਗੀ ਪ੍ਰਭੂ ਦੀ ਕਲੀਸਿਆ ਨੂੰ ਮਾਰਨ ਦੀ, ਸ਼ੈਤਾਨ ਚ ਮਜਾਲ ਨਹੀਂ ਹੈਗੀ ਪ੍ਰਭੂ ਦੀ ਕਲੀਸਿਆ ਨੂੰ ਉਲਝਾਉਣ ਦੀ। ਇੱਕ ਡਾਂਟ ਦੇ ਨਾਲ ਜਾਦੂਗਰ ਬੈਠ ਗਿਆ, ਅੰਨਾ ਹੋ ਗਿਆ। ਪਰ ਅੱਜ ਗਲਤ ਪ੍ਰਚਾਰਕ ਨੂੰ ਕੁਝ ਵੀ ਨਹੀਂ ਹੋ ਰਿਹਾ। ਯਿਸੂ ਨਾਲ ਪੈਸੇ ਖੂਬ ਇਕੱਠੇ ਕਰੀ ਜਾਂਦਾ, ਕੋਈ ਪ੍ਰੋਬਲਮ ਨਹੀਂ, ਵੱਡਾ ਸਭ ਕੁਝ ਬਣਾਈ ਜਾਂਦਾ, ਕੁਝ ਨਹੀਂ ਪ੍ਰੋਬਲਮ ਆ ਰਹੀ। ਕਿਉਂ ਪ੍ਰੋਬਲਮ ਆਊਗੀ? ਸਭ ਕੁਝ ਸ਼ੈਤਾਨ ਦੇ ਰਾਜ ਦੀ ਸਥਾਪਨਾ ਲਈ ਵਧੀਆ ਚੱਲ ਰਿਹਾ। ਇਸ ਲਈ ਬੇਨਤੀ ਆ, ਪਰਮੇਸ਼ਵਰ ਦੇ ਰਾਜ ਦੀ ਸਥਾਪਨਾ ਲਈ ਜੇਕਰ ਚੱਲਣਾ ਆ ਤਾਂ ਤੁਹਾਡੇ ਪਰਮੇਸ਼ਵਰ ਦਾ ਪ੍ਰੇਮ ਹੋਣਾ ਚਾਹੀਦਾ। ਔਰ ਪ੍ਰੇਮ ਦਾ ਅਰਥ ਆ ਗੁਣਾਤਮਕ ਤੌਰ ਤੇ ਪਰਮੇਸ਼ਵਰ ਵਰਗੇ ਹੋਣਾ, ਗੁਣਾਂ ਵਿੱਚ ਪਰਮੇਸ਼ਵਰ ਵਰਗੇ ਹੋਣਾ। ਪਤਰਸ ਕਹਿੰਦਾ ਤੁਸੀਂ ਉਹਦੇ ਗੁਣਾਂ ਦੇ ਪ੍ਰਚਾਰਕ ਆ। ਅਸੀਂ ਕਹਿੰਦੇ ਗॉड ਇਜ਼ ਲਵ, ਗॉड ਇਜ਼ ਲਵ ਕਹਿੰਦੇ, ਕੀ ਤੇਰੇ 'ਚ ਹੈਗਾ? ਉਹ ਲੱਭਦਾ ਹੀ ਨਹੀਂ। ਜੀਸਸ ਬਿਲਡ ਵਿਦ ਕੰਪੈਸ਼ਨ, ਯਿਸੂ ਮਸੀਹ ਤਰਸ ਨਾਲ ਭਰਿਆ ਹੋਇਆ ਹੈ, ਕੀ ਤੇਰੇ 'ਚ ਹੈਗਾ? ਲੱਭਦਾ ਹੀ ਨਹੀਂ, ਲੱਭਦਾ ਹੀ ਨਹੀਂ। ਨਾ ਪ੍ਰੇਮ ਲੱਭਦਾ, ਨਾ ਤਰਸ ਲੱਭਦਾ, ਨਾ ਦਇਆ ਲੱਭਦੀ, ਲੱਭਦਾ ਹੀ ਨਹੀਂ। ਭੇਜਿਆ ਹੀ ਭਾਈ ਤੇਰੇ 'ਚ ਨਹੀਂ ਹੈਗਾ, ਖੁਦਾ 'ਚ ਤਾਂ ਹੈ ਹੀ ਹੈ, ਕਹਿਣ ਦੀ ਕੀ ਲੋੜ ਆ, ਉਹ ਤਾਂ ਹੈਗਾ ਹੀ ਹੈਗਾ ਉੱਥੇ ਤਾਂ। ਕੀ ਤੇਰੇ 'ਚ ਹੈਗਾ? ਜੇ ਨਹੀਂ ਹੈਗਾ ਤਾਂ ਉਹ ਲਿਆ ਅੰਦਰ, ਉਹ ਲਿਆ ਅੰਦਰ, ਤਾਂ ਗੱਲ ਬਣਨੀ। ਇਸ ਲਈ ਅੱਜ ਬੇਨਤੀ ਆ, ਖੁਸ਼ਖਬਰੀ ਨੂੰ ਸਾਦਾ ਰਹਿਣ ਦਿਓ। ਯਿਸੂ ਦੇ ਨਾਮ ਵਿੱਚ ਦੁਆ ਜੋੜ ਕੇ ਪ੍ਰਾਰਥਨਾ ਕਰਦਾ, ਬੇਨਤੀ ਕਰਦਾ ਤੁਹਾਡੇ ਅੱਗੇ। ਔਰ ਜਿਹੜੇ ਉਲਝੇ ਹੋਏ ਆ, ਸਵਾਲ ਕਰਦੇ ਆ, ਉਹਨਾਂ ਦੇ ਅੱਗੇ ਬੇਨਤੀ ਹੈ, ਵਿਦਵਾਨ ਨਾ ਬਣੋ। ਵਿਦਵਾਨ ਰਹਿ ਗਏ ਸਾਰੇ ਬਾਹਰ, ਚੇਲੇ ਵਿਦਵਾਨ ਨਹੀਂ ਸੀਗੇ, ਚੇਲੇ ਵਿਦਵਾਨ ਨਹੀਂ ਸੀਗੇ। ਯਿਸੂ ਮਸੀਹ ਤੇ ਵੀ ਆਰੋਪ ਲੱਗਾ, ਇਹ ਵਿਦਵਾਨ ਨਹੀਂ ਹੈਗਾ, ਇਹਨੇ ਸਾਡੇ ਵਾਂਗੂ ਸ਼ਰਨ ਨਹੀਂ ਸਿੱਖੀ ਹੈਗੀ। ਚੇਲਿਆਂ ਉੱਤੇ ਵੀ ਆਰੋਪ ਲਗਾਏ, ਵਿਦਵਾਨ ਨਹੀਂ ਹੈਗੇ, ਸਾਡੇ ਵਾਂਗੂ ਸ਼ਰਨ ਨਹੀਂ ਸਿੱਖੀ ਹੈਗੀ। ਸਰਟੀਫਾਈ ਜਿਹਨੇ ਮਰਜ਼ੀ ਕੀਤਾ ਹੋਵੇ। ਅਭਿਸ਼ੇਕ ਪ੍ਰਚਾਰਕ ਆਇਆ, ਕਹਿੰਦਾ ਮੇਰੇ ਵਾਲਾ ਸਰਟੀਫਿਕੇਟ ਲਓਗੇ ਤਾਂ ਤੁਸੀਂ ਪ੍ਰਚਾਰ ਕਰ ਸਕਦੇ, ਨਹੀਂ ਤਾਂ ਨਹੀਂ ਕਰ ਸਕਦੇ। ਅੱਜ ਉਹ ਲੱਭਦਾ ਹੀ ਨਹੀਂ। ਬੇਨਤੀ ਆ, ਦੁਨੀਆ ਦੇ ਸਰਟੀਫਿਕੇਟ ਤੁਹਾਨੂੰ ਜਿੰਨਾ ਮਰਜ਼ੀ ਸਰਟੀਫਾਈ ਕਰਨ, ਅਗਰ ਖੁਦਾ ਸਰਟੀਫਾਈ ਨਹੀਂ ਕਰਦਾ ਤੇ ਉਹਨੇ ਕਬੂਲ ਨਹੀਂ ਕਰਨਾ ਉੱਥੇ। ਇਸ ਲਈ ਅੱਜ ਬੇਨਤੀ ਆ, ਪ੍ਰਭੂ ਦੇ ਸਿੱਧੇ ਰਾਹਾਂ ਨੂੰ ਵਿੰਗੇ ਨਾ ਕਰੋ। ਸੱਪ ਏਦਾਂ ਚੱਲਦਾ, ਏਦਾਂ ਚੱਲਦਾ। ਸੱਪ ਨੂੰ ਕਹੇ ਐਂ ਚੱਲ ਬਈ, ਪੈਪ 'ਚ ਚੱਲ, ਐਂ ਚੱਲਣਾ ਹੀ ਨਹੀਂ, ਚੱਲਣਾ ਹੀ ਨਹੀਂ। ਜਿੰਨਾ ਸੱਪ ਹੁੰਦਾ ਉਹਨੇ ਪੈਪ 'ਚ ਉਹਨੂੰ ਵਾੜ ਦੋ, ਉਹਨੂੰ ਕਹ ਬਾਹਰ ਆ ਜਾ, ਉਹਨੇ ਕਹਿਣਾ ਮੇਰੇ ਹੱਥ ਖੜੇ ਆ। ਸਿੱਧੇ ਰਾਹ ਤੇ ਸੱਪ ਨਹੀਂ ਚੱਲ ਸਕਦਾ, ਤੇ ਟੇਢਾ ਰਾਹ ਪਰਮੇਸ਼ਵਰ ਦਾ ਨਹੀਂ ਹੈਗਾ। ਸਿੱਧੇ ਰਾਹ ਤੇ ਸੱਪ ਨਹੀਂ ਚੱਲ ਸਕਦਾ, ਕਿਉਂਕਿ ਏਦਾਂ ਚੱਲਣਾ ਨਾ। ਸਿੱਧੇ ਰਾਹ ਤੇ ਸੱਪ ਨਹੀਂ ਚੱਲ ਸਕਦਾ, ਔਰ ਟੇਢਾ ਰਾਹ ਪਰਮੇਸ਼ਵਰ ਦਾ ਨਹੀਂ ਹੈਗਾ। ਇਸ ਲਈ ਬੇਨਤੀ ਆ, ਰਾਮਾਂ ਨੂੰ ਟੇਢੇ ਨਾ ਕਰੋ, ਨਾ ਟੇਢੇ ਬਣੋ, ਨਾ ਰਾਮਾਂ ਨੂੰ ਟੇਢੇ ਕਰੋ। ਯਿਸੂ ਦੇ ਨਾਮ ਵਿੱਚ ਠੀਕ ਸਮਝ ਜਾਓ ਕਿ ਰਾਹ ਸਿੱਧਾ ਹੋਣਾ ਚਾਹੀਦਾ, ਰਾਹ ਸਰਲ ਹੋਣਾ ਚਾਹੀਦਾ, ਤਾਂ ਕਿ ਸਾਰੇ ਲੋਕ ਜਿਹੜੇ ਆ ਉਹ ਪ੍ਰਭੂ ਦੀ ਗੱਲ ਨੂੰ ਸਮਝ ਸਕਣ, ਔਰ ਪ੍ਰਭੂ ਦਾ ਜਲਾਲ ਸਾਰਿਆਂ ਤੇ ਹੋਵੇ, ਔਰ ਖੁਦਾਵੰਦ ਦਾ ਮੱਸਾ ਸਾਰਿਆਂ ਤੇ ਬਣਿਆ ਰਵੇ, ਔਰ ਸਾਰੇ ਪ੍ਰਭੂ ਦੇ ਨਾਲ ਉਹਦੇ ਪਰਮ ਧਾਮ ਵਿੱਚ ਪਹੁੰਚ ਸਕਣ। ਜਿੱਥੇ ਪ੍ਰਭੂ ਆ ਉੱਥੇ ਸਾਰੀ ਕਲੀਸਿਆ ਉਹਦੇ ਨਾਲ ਜਾ ਸਕੇ। ਔਰ ਪ੍ਰਭੂ ਦੇ ਬੱਚਿਆਂ ਦੇ ਅੱਗੇ ਪ੍ਰਭੂ ਨੇ ਕਿਹਾ, ਮੇਰਾ ਛੋਟੇ ਤੋਂ ਛੋਟੇ ਨੂੰ ਵੀ, ਪ੍ਰਭੂ ਨੇ ਕਿਹਾ ਜਿਹੜਾ ਮੇਰੇ ਛੋਟੇ ਤੋਂ ਛੋਟੇ ਬੱਚੇ ਨੂੰ ਵੀ ਠੋਕਰ ਖਵਾਉਂਦਾ ਆ, ਉਹ ਕਹਿੰਦਾ ਮੈਂ ਉਹਦਾ ਹਿਸਾਬ ਕਰੂੰਗਾ। ਇਹੀ ਗੱਲ ਆ, ਬੜੀ ਕਲੀਅਰ ਆ ਮਤੀ 18 ਦੇ ਵਿੱਚ, ਬੜੀ ਕਲੀਅਰ ਆ ਕਿ ਛੋਟੇ ਛੋਟੇ ਨੂੰ ਠੋਕਰ ਨਹੀਂ ਖਿਲਾਉਣੀ। ਤੇ ਅੱਜ ਡਰ ਜਾਓ, ਛੋਟੇ ਤੋਂ ਛੋਟਾ ਹੀ ਭਾਵੇਂ ਉਹਨੂੰ ਠੋਕਰ ਖਿਲਾਉਣ ਦਾ ਕਾਰਨ ਨਾ ਬਣਿਓ, ਉਹਨੂੰ ਉੱਚਾ ਚੁੱਕਣ ਦਾ ਕਾਰਨ ਬਣਿਓ। ਤੁਹਾਡਾ ਪਰਮੇਸ਼ਰ ਤੁਹਾਨੂੰ ਇਹਦਾ ਫਲ ਦਊਗਾ,
ਤੁਹਾਡਾ ਖੁਦਾਵੰਦ ਤੁਹਾਨੂੰ ਇਹਦਾ ਫਲ ਦੇਊਗਾ, ਜ਼ਰੂਰ ਫਲ ਦੇਊਗਾ, ਜ਼ਰੂਰ ਤੁਹਾਡੇ ਨਾਲ ਬਣਿਆ ਰਹੂਗਾ। ਖੁਦਾਵੰਦ ਤੁਹਾਨੂੰ ਬਰਕਤ ਦੇਵੇ। ਉਹ ਖੁਦਾਵੰਦ ਦੀ ਹਜ਼ੂਰੀ ਔਰ ਜਲਾਲ ਸਦਾ ਤੁਹਾਡੇ ਨਾਲ ਬਣਿਆ ਰਹੇ। ਜੈ ਮਸੀਹ ਦੀ ਸਾਰੇ।